ਉਸ ਅਕਾਲ ਪੁਰਖ ਨੂੰ ਕਿਸੇ ਵੀ ਨਾਮ ਦੇ ਨਾਲ ਮੰਨਣ ਵਾਲੀਆਂ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਨਮਸਕਾਰ। ਰਸਨਾ ਕਰੋ ਪਵਿੱਤਰ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸੋ ਜਿਹੜੀ ਆਪਣੀ ਅੱਜ ਦੀ ਵੀਡੀਓ ਆ ਉਹਦੇ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਕੀ ਉਪਦੇਸ਼ ਉਸ 'ਤੇ ਕੁਛ ਵਿਚਾਰ ਕਰਾਂਗੇ, ਕਿਉਂਕਿ ਵੈਸੇ ਤਾਂ ਜੋ ਪਰਮਾਤਮਾ ਉਸ 'ਤੇ ਕੋਈ ਵਿਚਾਰ ਨਹੀਂ ਕਰ ਸਕਦਾ, ਕਿਉਂਕਿ ਉਹ ਆਪਣੇ ਜਿਹੜੇ ਸ਼ਬਦਾਂ ਤੋਂ ਬਾਹਰ ਦੀ ਗੱਲ ਆ। ਪਰ ਫਿਰ ਵੀ ਉਸ ਦੀ ਕੁਛ ਉਪਮਾ, ਕੁਛ ਸਮਝਣ ਦੀ ਆਪਾਂ ਕੋਸ਼ਿਸ਼ ਕਰੀਏ। ਸੋ ਆਪਾਂ ਇਸ ਵੀਡੀਓ ਵਿੱਚੋਂ ਗੱਲ ਕਰਾਂਗੇ। ਪਰ ਇਹ ਗੱਲ ਮੈਂ ਤੁਹਾਨੂੰ ਪਹਿਲੇ ਦੱਸ ਦਿੰਦਾ ਵੀ ਸ਼ਾਇਦ ਇਹ ਵੀਡੀਓ ਕਾਫੀਆਂ ਨੂੰ ਸ਼ਾਇਦ ਚੰਗੀ ਨਾ ਲੱਗੇ, ਕਿਉਂਕਿ ਸਾਡਾ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਜੋ ਆਪਾਂ ਦੇਖ ਰਹੇ ਹਾਂ ਵੀ ਸਾਰੇ ਪਾਸੇ ਕਾਫੀ ਕੂੜ ਦਾ ਪ੍ਰਚਾਰ ਆ। ਮੇਰੇ ਵਰਗੇ ਕਈ ਨਿੰਦਿਆ ਕਰਨ 'ਚ ਹੀ ਲੱਗੇ ਰਹਿੰਦੇ 24 ਘੰਟੇ। ਸੋ ਕਹਿਣ ਦਾ ਭਾਵ ਆ ਵੀ ਸਾਨੂੰ ਗੁਰਮਤ ਦੀਆਂ ਗੱਲਾਂ ਅੱਜ ਕੱਲ੍ਹ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ, ਜਿਹੜਾ ਸਾਡਾ ਯੂਥ ਆ ਅਤੇ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਆ, ਉਹ ਗੁਰਮਤ ਤੋਂ ਬਹੁਤ ਪਾਸੇ ਹਟਦੀ ਜਾ ਰਹੀ ਹੈ। ਸੋ ਇਸ ਕਰਕੇ ਇਹੀ ਮੈਂ ਸੋਚਿਆ ਸੀਗਾ ਵੀ ਮੈਂ ਕਿਹਾ ਵੀ ਵੀਡੀਓ ਤਾਂ ਚਲੋ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਬਣ ਜਾਣੀ ਆ, ਪਰ ਸੁਣਨੀ ਬਹੁਤ ਘੱਟ ਨੇ, ਕਿਉਂਕਿ ਗੁਰਮਤ ਦੇ ਸ਼ੌਕੀਨ ਬਹੁਤ ਘੱਟ ਨੇ। ਕੁੱਤੇ ਬਿੱਲੇ ਇਹਦੀਆਂ ਗੱਲਾਂ ਕਰਨੀਆਂ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ। ਸੋ ਆਪਾਂ ਚਲੋ ਆਪਾਂ ਆਪਣਾ ਕੰਮ ਕਰਨਾ, ਹੋਕਾ ਦੇਣਾ, ਉਹ ਦੇ ਹੀ ਜਾਣਾ। ਸੋ ਆਪਾਂ ਸ਼ੁਰੂਆਤ ਕਰਦੇ ਹਾਂ। ਸਾਡਾ ਜਿਹੜਾ ਗੁਰਮਤ ਦਾ ਊੜਾ, ਸਾਡਾ ਜਿਹੜਾ ਮੂਲ ਮੰਤਰ ਆ, ਆਪਾਂ ਉਸ ਤੋਂ ਸ਼ੁਰੂਆਤ ਕਰਦੇ, ਜਿੱਥੋਂ ਸਾਡਾ ਮੁੱਢ ਤੁਰਦਾ, ਜਿੱਥੋਂ ਸਾਡੀ ਬਾਣੀ ਦਾ ਮੁੱਢ ਤੁਰਦਾ। ਸੋ ਮੂਲ ਮੰਤਰ ਦੇ ਵਿੱਚ ਹੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਮੂਲ ਮੰਤਰ ਦੇ ਆਲੇ ਦੁਆਲੇ ਘੁੰਮਦੀ ਆ, ਕਿਉਂਕਿ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਕੀ ਸਿਖਾਉਂਦੀ ਹੈ? ਮਨ ਨੂੰ ਹੀ ਉਪਦੇਸ਼ ਦਿੰਦੀ ਹੈ ਵੀ ਮਨਾ ਨਾਮ ਜਪ। ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਜਿੰਨਿਆਂ ਦੀ ਵੀ ਬਾਣੀ ਹੈ, ਸਭ ਨੇ ਆਪੋ ਆਪਣੇ ਢੰਗ ਨਾਲ ਪਰਮਾਤਮਾ ਨੂੰ ਪਾਇਆ। ਸਭ ਦੇ ਆਪੋ ਆਪਣੇ ਤਰੀਕੇ ਆ, ਸਭ ਨੇ ਆਪੋ ਆਪਣੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਵਰਣਨ ਕੀਤਾ। ਸੋ ਗੱਲ ਇੱਕੋ ਹੀ ਆ, ਜੋ ਗੁਰੂ ਸਾਹਿਬਾਨ ਨੇ ਉਚਾਰਨ ਕਰਤਾ, ਜੋ ਅੱਗੇ ਸਭ ਭਗਤਾਂ ਨੇ ਉਚਾਰਨ ਕੀਤਾ, ਗੱਲ ਇੱਕੋ ਆ। ਜੋੜਨਾ ਸਭ ਨੇ ਪ੍ਰਭੂ ਦੇ ਨਾਮ ਦੇ ਨਾਲ ਹੀ ਆ, ਪਰ ਤਰੀਕੇ ਵੱਖੋ ਵੱਖਰੇ ਨੇ। ਸੋ ਆਪਾਂ ਇਹ ਭੁਲੇਖਿਆਂ 'ਚੋਂ ਬਾਹਰ ਨਿਕਲੀਏ। ਸੋ ਆਪਾਂ ਸ਼ੁਰੂ ਕਰਦੇ ਹਾਂ। ਸਭ ਨਾਲੋਂ ਪਹਿਲਾਂ ਸਾਡੀ ਬਾਣੀ ਦਾ ਜਿਹੜਾ ਮੁੱਢ ਆ ਉਹ ਕੀ ਆ? ਕਿੱਥੋਂ ਸਾਡੀ ਬਾਣੀ ਦਾ ਮੁੱਢ ਵੀ ਸਾਡੇ ਸੰਸਾਰ ਦਾ ਮੁੱਢ ਵੀ ਆ। ਕੀ ਨੇ ਉਹ? ਹੈ ਇੱਕ ਓੰਕਾਰ। ਇੱਕ ਓੰਕਾਰ ਇਹ ਆਪਾਂ ਕਹਿ ਦਿੰਦੇ ਹਾਂ, ਇਹ ਨਾਮ ਨਹੀਂ ਗਾ। ਜਿਹੜਾ ਇੱਕ ਓੰਕਾਰ ਆ ਇਹ ਨਾਮ ਨਹੀਂ ਆ, ਕਿਉਂਕਿ ਨਾਮ ਤਾਂ ਆਪਾਂ ਪਰਮਾਤਮਾ ਨੂੰ ਬਹੁਤ ਨਾਮਾਂ ਨਾਲ ਜਾਣਦੇ ਹਾਂ। ਸਿੱਖ ਗੁਰੂ ਨਾਨਕ ਸਾਹਿਬ ਜੀ ਕਹਿ ਕੇ ਸੰਬੋਧਨ ਕਰਦੇ ਨੇ। ਸਨਾਤਨੀ ਨੇ ਜਿਹੜੇ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ 'ਚ, ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਰੂਪ 'ਚ। ਮੁਸਲਿਮ ਵੀਰ ਨੇ ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਨੇ। ਆਪਣੇ ਈਸਾਈ ਧਰਮ ਦੇ ਮੱਤ ਦੇ ਲੋਕ ਆ ਜਿਹੜੇ, ਉਹ ਹਜ਼ਰਤ ਈਸਾ ਜੀ ਨੂੰ ਮੰਨਦੇ ਨੇ। ਸੋ ਸਭ ਦੇ ਆਪੋ ਆਪਣੇ ਨਾਮ ਨੇ। ਜਿਹੜੇ ਮਰਜ਼ੀ ਨਾਮ ਤੋਂ ਸ਼ੁਰੂ ਕਰ ਲਓ, ਚਾਹੇ ਗੁਰੂ ਨਾਨਕ ਦੇ ਨਾਮ ਤੋਂ ਸ਼ੁਰੂ ਕਰ ਲਓ, ਚਾਹੇ ਸ਼੍ਰੀ ਰਾਮ ਚੰਦਰ ਜੀ ਦੇ ਨਾਮ ਤੋਂ ਸ਼ੁਰੂ ਕਰ ਲਓ, ਚਾਹੇ ਸ਼੍ਰੀ ਕ੍ਰਿਸ਼ਨ ਜੀ ਦੇ ਨਾਮ ਤੋਂ ਸ਼ੁਰੂ ਕਰ ਲਓ, ਚਾਹੇ ਮੁਹੰਮਦ ਸਾਹਿਬ ਦੇ ਨਾਮ ਤੋਂ ਸ਼ੁਰੂ ਕਰ ਲਓ, ਚਾਹੇ ਮੁਹੰਮਦ ਈਸਾ ਜੀ ਦੇ ਨਾਮ ਤੋਂ ਸ਼ੁਰੂ ਕਰ ਲਓ। ਕਿਸੇ ਨਾਮ ਤੋਂ ਸ਼ੁਰੂ ਕਰ ਲਓ, ਪਰ ਸਾਡਾ ਜਿਹੜਾ ਅੰਤ ਹੋਣਾ, ਉਹ ਜਾ ਕੇ ਜਿਹੜੀ ਤਾਰ ਜੁੜਨੀ ਆ, ਉਹ ਇੱਕ ਓੰਕਾਰ 'ਤੇ ਜਾ ਕੇ ਖੜਨਾ। ਮਤਲਬ ਰਾਸਤੇ ਜ਼ਰੂਰ ਸਾਡੇ ਅਲੱਗ ਹੋ ਸਕਦੇ ਨੇ, ਸਾਡਾ ਟੀਚਾ ਇੱਕੋ ਆ, ਕਿਉਂਕਿ ਪਰਮਾਤਮਾ ਇੱਕ ਆ। ਇੱਕ ਓੰਕਾਰ, ਇਹ ਜਿਹੜਾ ਇੱਕ ਓੰਕਾਰ ਆ, ਇੱਕ ਧੁਨੀ ਆ। ਸੋ ਆਪਾਂ ਬੋਲਣ 'ਚ ਇੱਕ ਓੰਕਾਰ ਕਹਿ ਦਿੰਦੇ, ਪਰ ਇਹ ਇੱਕ ਓੰਕਾਰ ਊੜੇ ਦਾ ਮੂੰਹ ਖੁੱਲ੍ਹਾ।
ਊੜੇ ਦਾ ਮੂੰਹ ਖੁੱਲੇ ਤੋਂ ਇਹ ਧੁਨੀ ਬਣਦੀ ਆ। ਇਹਨੂੰ ਆਪਾਂ ਜੇ ਸੌਖੇ ਅਰਥਾਂ 'ਚ ਵੀ ਸਮਝਣਾ ਆਵੇ, ਇੱਕ ਤੇ ਊੜੇ ਦਾ ਮੂੰਹ ਖੁੱਲੇ ਤੋਂ ਭਾਵ ਉਹ ਇੱਕ, ਉਹ ਵੀ ਪਰਮਾਤਮਾ ਇੱਕੋ ਆ, ਓੰਕਾਰ ਸਭ ਪਾਸੇ ਵਸਿਆ ਹੋਇਆ, ਸਰਬ ਵਿਆਪਕ ਆ ਪਰਮਾਤਮਾ, ਸਾਰੇ ਪਾਸੇ ਕਣ ਕਣ ਦੀ ਕੁਦਰਤ ਦੇ ਵਿੱਚ ਵਸਿਆ ਹੋਇਆ। ਸੋ ਇਹ ਇੱਕ ਧੁਨੀ ਆ, ਜਿੱਥੋਂ ਮਰਜ਼ੀ ਸ਼ੁਰੂ ਕਰ ਲਓ, ਜਿਹੜੇ ਮਰਜ਼ੀ ਧਰਮ ਦੀ ਗੱਲ ਕਰ ਲਓ, ਪਰ ਇਹ ਮੁੱਕਣੀ ਜਾ ਕੇ ਇੱਕ ਓੰਕਾਰ ਤੇ ਆ। ਚਾਹੇ ਕੋਈ ਹਿੰਦੂ ਵੀਰ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਕੋਈ ਬੋਧੀ ਹੈ, ਜੈਨੀ, ਜਿਹੜੇ ਮਰਜ਼ੀ ਆ, ਮੁੱਕਣਾ ਜਾ ਕੇ ਸਭ ਨੇ ਇੱਕ ਓੰਕਾਰ ਤੇ ਆ। ਸੋ ਇਹ ਤਾਂ ਸਾਡੇ ਭੁਲੇਖੇ ਪਾਏ ਹੋਏ ਨੇ ਵੀ ਉਹ ਹਿੰਦੂ ਆ ਜੀ, ਅਸੀਂ ਸਿੱਖ ਹਾਂ ਜੀ, ਜਾਂ ਅਸੀਂ ਵੱਡੇ ਹਾਂ ਜਾਂ ਉਹ ਛੋਟੇ ਆ, ਜੋ ਕਹਿੰਦੇ ਅਸੀਂ ਵੱਡੇ ਹਾਂ ਛੋਟੇ ਆ, ਨਹੀਂ, ਕੋਈ ਛੋਟਾ ਵੱਡਾ ਨਹੀਂ, ਸਭ ਇੱਕ ਦੀ ਔਲਾਦ ਹੀ ਹੈ। ਸੋ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਤੋਂ। ਉਹਨਾਂ ਨੇ ਉਚਾਰਿਆ ਸਤਨਾਮ, ਵੀ ਕੇਵਲ ਉਸ ਦਾ ਨਾਮ ਹੀ ਸੱਚਾ। ਹੁਣ ਆਪਾਂ ਜੇ ਸੋਚੀਏ ਵੀ ਨਾਮ ਸੱਚਾ, ਨਾਮ ਤਾਂ ਸੱਚਾ ਹੀ ਹੁੰਦਾ, ਵੀ ਇਹ ਸੱਚਾ ਨਾਮ ਕਿਵੇਂ? ਵੀ ਪ੍ਰਭੂ ਦਾ ਨਾਮ ਹੀ ਕੇਵਲ ਸੱਚਾ, ਬਾਕੀ ਸਭ ਦੁਨੀਆ ਦੇ ਵਿੱਚ ਝੂਠ ਆ। ਆਪਾਂ ਆਮ ਸੌਖੇ ਅਰਥਾਂ 'ਚ ਆਪਾਂ ਬਹੁਤ ਵਾਰੀ ਸੁਣਿਆ ਹੋਵੇਗਾ ਕਿ ਜਿਉਣਾ ਝੂਠ, ਜਿਹੜਾ ਸਾਡੇ ਜਿਉਨੇ ਆ ਇਹ ਝੂਠ ਆ। ਇਹ ਅਸੀਂ ਭੁਲੇਖਿਆਂ ਦੇ ਵਿੱਚ ਹੀ ਆ ਵੀ ਅਸੀਂ ਜੋ ਦੇਖ ਰਹੇ ਹਾਂ ਉਹ ਸੱਚ ਆ, ਜੋ ਸਾਡੇ ਅੱਖਾਂ ਮੂਹਰੇ ਹੋ ਰਿਹਾ ਉਹ ਸੱਚ ਆ, ਨਹੀਂ, ਉਹ ਝੂਠ ਆ। ਸੱਚਾ ਕੇਵਲ ਇੱਕੋ, ਉਹ ਪਰਮਾਤਮਾ ਦਾ ਨਾਮ ਹੈ। ਕੇਵਲ ਇੱਕੋ ਚੀਜ਼ ਹੀ ਸੱਚੀ ਹੈ, ਉਹ ਪਰਮਾਤਮਾ ਦਾ ਨਾਮ। ਇੱਕ ਜੁਨੈਦ ਨਾਮ ਦਾ ਸੂਫੀ ਫਕੀਰ ਹੋਇਆ, ਉਸ ਦਾ ਇੱਕ ਪੁੱਤਰ ਸੀ, ਉਹ ਪੁੱਤਰ ਨੂੰ ਬੜਾ ਪਿਆਰ ਕਰਦਾ ਸੀ। ਸੋ ਇੱਕ ਦਿਨ ਕੀ ਹੋਇਆ, ਅਚਾਨਕ ਕੋਈ ਗੱਲਬਾਤ ਹੋਈ, ਉਸ ਦਾ ਪੁੱਤਰ ਕਿਸੇ ਐਕਸੀਡੈਂਟ ਵਿੱਚ ਮਰ ਗਿਆ। ਕੋਈ ਦੁਰਘਟਨਾ ਹੋ ਗਈ ਹੋਣੀ ਆ, ਕੋਈ ਉਸਦੀ ਮੌਤ ਹੋ ਗਈ। ਜੁਨੈਦ ਦੀ ਘਰ ਵਾਲੀ ਸੋਚ ਰਹੀ ਸੀ ਵੀ ਜਦੋਂ ਇਹਦੇ ਪਿਓ ਨੂੰ ਪਤਾ ਲੱਗੇਗਾ ਵੀ ਮੇਰੇ ਪੁੱਤਰ ਦੀ ਮੌਤ ਹੋ ਗਈ, ਜਵਾਨ ਪੁੱਤਰ ਦੀ, ਇਹ ਤਾਂ ਟੁੱਟ ਜੂਗਾ, ਕਿਉਂਕਿ ਉਹ ਪਿਆਰ ਹੀ ਬੜਾ ਕਰਦਾ ਸੀ, ਪੁੱਤਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ, ਆਪਦੇ ਹੱਥਾਂ 'ਤੇ ਚੱਕੀ ਫਿਰਦਾ ਸੀ। ਸੋ ਜਦੋਂ ਉਹ ਘਰੇ ਆਇਆ, ਉਸ ਨੂੰ ਦੱਸਿਆ ਗਿਆ ਵੀ ਇਸ ਤਰ੍ਹਾਂ ਕਰਕੇ ਵੀ ਪੁੱਤਰ ਦੀ ਮੌਤ ਹੋ ਗਈ ਹੈ। ਸੋ ਉਹਨੂੰ ਕੋਈ ਫਰਕ ਹੀ ਨਹੀਂ ਪਿਆ, ਤੇ ਉਹ ਹੈਰਾਨ ਵੀ ਇੱਕ ਗੱਲ ਹੋ ਗਈ। ਚਲੋ ਰਿਸ਼ਤੇਦਾਰ ਵਗੈਰਾ ਆ ਗਏ, ਆਪਣਾ ਪਿੱਟ ਸਿਆਪਾ ਜਿਹਾ ਕਰਕੇ ਤੁਰ ਗਏ। ਉਹ ਫਿਰ ਉਹ ਜਿਹਦਾ ਹੋ ਜਾਈ, ਉਹ ਪੁੱਛਣ ਲੱਗੇ ਵੀ ਇਹ ਕੀ ਗੱਲ, ਵੀ ਤੂੰ ਤਾਂ ਪਿਆਰ ਬੜਾ ਕਰਦਾ ਸੀ, ਤਾਂ ਸੋਚਿਆ ਵੀ ਤੂੰ ਤਾਂ ਟੁੱਟ ਜਾਏਗਾ, ਵੀ ਤੂੰ ਤਾਂ ਡਿੱਗ ਪਏਗਾ। ਤਾਂ ਉਹਨਾਂ ਨੇ ਇੱਕ ਗੱਲ ਹੀ ਕਹੀ, ਉਹ ਕਹਿੰਦੇ ਵੀ ਜਦੋਂ ਤਾਂ ਪੁੱਤਰ ਨਹੀਂ ਸੀ ਤਾਂ ਉਸ ਟਾਈਮ ਵੀ ਮੈਂ ਖੁਸ਼ ਸੀ, ਮੈਂ ਪ੍ਰਭੂ ਦੀ ਰਜ਼ਾ 'ਚ ਰਾਜੀ ਸੀ। ਪੁੱਤਰ ਆ ਗਿਆ, ਉਸ ਟਾਈਮ ਵੀ ਮੈਂ ਖੁਸ਼ ਸੀ, ਪ੍ਰਭੂ ਦੀ ਰਜ਼ਾ 'ਚ ਰਾਜੀ ਸੀ। ਪੁੱਤਰ ਚਲਾ ਗਿਆ, ਤੇ ਜਦ ਮੈਂ ਪੁੱਤਰ ਦੇ ਆਉਣ ਤੋਂ ਪਹਿਲਾਂ ਖੁਸ਼ ਸੀ, ਤਾਂ ਪੁੱਤਰ ਦੇ ਜਾਣ ਤੋਂ ਬਾਅਦ 'ਚੋਂ ਮੈਂ ਕਿਉਂ ਨਾ ਖੁਸ਼ ਰਵਾਂ? ਜੋ ਪਰਮਾਤਮਾ ਨੂੰ ਚੰਗਾ ਲੱਗਾ ਹੋ ਗਿਆ, ਜੋ ਉਸਦੀ ਰਜ਼ਾ ਸੀ ਉਹ ਹੋ ਗਿਆ। ਸੋ ਇੱਕ ਵਿਚਾਲੇ, ਸਾਡੇ ਵਿਚਾਲੇ ਕੋਈ ਚੀਜ਼ ਆਈ, ਉਹ ਆਈ ਤੇ ਚਲੀ ਗਈ। ਸੋ ਕਹਿਣ ਦਾ ਭਾਵ ਹੈ ਕਿ ਉਸਨੇ ਕੇਵਲ ਨਾਮ ਨੂੰ ਸੱਤ ਜਾਣਿਆ, ਵੀ ਪਰਮਾਤਮਾ ਤੋਂ ਇਲਾਵਾ ਕੋਈ ਚੀਜ਼ ਸੱਤ ਨਹੀਂ, ਸਭ ਆਵਾਗਮਨ ਚੱਲਦਾ ਹੈ, ਜੰਮਣ ਮਰਨ 'ਚ ਸਾਰੀ ਚੀਜ਼ਾਂ ਕਾਲ ਦੇ ਅਧੀਨ ਨੇ। ਸੋ ਕੇਵਲ ਪਰਮਾਤਮਾ ਦਾ ਨਾਮ ਹੀ ਸੱਚਾ, ਬਾਕੀ ਸਭ ਦੁਨੀਆ ਦੇ ਸਾਰੇ ਰਿਸ਼ਤੇ ਨਾਤੇ ਜਾਂ ਕੋਈ ਚੀਜ਼ ਇਮਾਰਤਾਂ ਕੁਝ ਵੀ ਆਪਾਂ ਦੇਖ ਰਹੇ ਹਾਂ, ਇਹ ਸਭ ਝੂਠ ਨੇ। ਸੋ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਕਰਤਾ ਪੁਰਖ ਤੇ। ਕਰਤਾ ਪੁਰਖ ਤੋਂ ਭਾਵ, ਸੋ ਮੈਂ ਇੱਕ ਬੇਨਤੀ ਕਰਦਾ ਵੀ ਜੇ ਤਾਂ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਆ ਤਾਂ ਅੱਗੇ ਕਰਿਓ, ਨਹੀਂ ਤਾਂ ਇੱਥੇ ਬੰਦ ਕਰ ਦਿਓ, ਕਿਉਂਕਿ ਵਿੱਚ ਵਿਚਾਲੇ ਜੇ ਆਪਾਂ ਜੇ ਛੱਡ ਦਈਏ ਤਾਂ ਮੈਂ ਵੀਡੀਓ ਲੰਬੀ ਨਹੀਂ, ਵੈਸੇ ਤਾਂ ਲੈ ਕੇ ਜਾਣੀ ਘੱਟ 'ਚ ਹੀ ਸਾਰਨਾ ਚਾਹੁੰਦਾ, ਕਿਉਂਕਿ ਮੈਨੂੰ ਪਤਾ ਕੰਮਾਂ ਕਰਨ ਵਾਲੇ ਬੰਦੇ ਆ। ਤੇ ਪਰ ਜਿਹੜੀ ਮੇਨ ਵਿਸ਼ਾ ਵਾ ਵੀਡੀਓ ਬਣਾਉਣ ਦਾ, ਉਹ ਆਖਰ 'ਤੇ ਹੀ ਆਉਣਾ ਵਾ, ਫਿਰ ਹੀ ਸਾਨੂੰ ਸਮਝ ਆਉਣੀ ਵੀ ਗੱਲ ਕੀ ਕਰਨਾ ਚਾਹ ਰਹੇ ਸੀ ਆਪਾਂ। ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਕੀ ਆ, ਜੋ ਕਿ ਅੱਜ ਕੱਲ੍ਹ ਦੇ ਪ੍ਰਚਾਰਕ ਸਿੱਧਾ ਨਹੀਂ ਸਮਝਾ ਰਹੇ। ਉਹ ਬਲ ਬਿੰਗ ਪਾ ਕੇ ਜਾਂਦੇ ਉੱਥੇ ਹੀ ਆ, ਕਈ ਤਾਂ ਪਰ ਜਾਂਦੇ ਨਹੀਂ, ਜਿਹੜੇ ਜਾਂਦੇ ਆ ਉਹ ਬਿੰਗ ਬਲ ਪਾ ਕੇ ਜਾਂਦੇ, ਪਰ ਜਾਂਦੇ ਉੱਥੇ ਹੀ ਆ।
ਸੋ ਆਪਾਂ ਸਿੱਧੀ ਸਾਦੀ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਜਪਜੀ ਸਾਹਿਬ ਜੀ ਦਾ ਪਾਠ ਹਰੇਕ ਕਰਦਾ। ਸੋ ਆਪਾਂ ਗੱਲ ਕਰ ਰਹੇ ਸੀ ਕਰਤਾ ਪੁਰਖ। ਕਰਤਾ ਪੁਰਖ ਤੋਂ ਕੀ ਭਾਵ ਆ? ਕਰਤੇ ਤੋਂ ਭਾਵ ਸਭ ਕੁਝ ਕਰਨ ਕਰਾਉਣ ਵਾਲਾ, ਸਭ ਕੁਝ ਰਚਣ ਵਾਲਾ, ਸਭ ਕੁਝ ਸਾਜਣ ਵਾਲਾ, ਸਭ ਕੁਝ ਉਸ ਇੱਕ ਨੇ ਬਣਾਇਆ, ਉਸ ਦੀ ਹੀ ਰਚਨਾ ਹੈ। ਉਹ ਰਚਨਾ ਬਣਾ ਕੇ ਆਪ ਰਚਨਾ ਦੇ ਵਿੱਚ ਸਮਾ ਗਿਆ। ਸਭ ਕੁਝ ਬਣਾਤਾ, ਫਿਰ ਉਸ ਦੇ ਵਿੱਚ ਸਮਾ ਗਿਆ। ਹਰ ਇੱਕ ਇਨਸਾਨ ਦੇ ਜੀਵ ਵਿੱਚ ਸਮਾ ਗਿਆ, ਜੀਵਾਂ ਦੇ ਵਿੱਚ ਸਮਾ ਗਿਆ, ਕੁਦਰਤ ਦੇ ਵਿੱਚ ਸਮਾ ਗਿਆ। ਸੋ ਬਣਾਉਣ ਵਾਲਾ ਵੀ ਆਪ ਤੇ ਬਣਨ ਵਾਲਾ ਵੀ ਆਪ। ਸੋ ਉਹਨੂੰ ਕਹਿੰਦੇ ਨੇ ਕਰਤਾ। ਤੋ ਕਰਤਾ ਪੁਰਖ, ਪੁਰਖ ਤੋਂ ਭਾਵ ਕਿ ਉਹ ਇਕੱਲਾ ਹੀ ਪੂਰੇ ਸੰਸਾਰ ਦੇ ਵਿੱਚ ਇੱਕੋ ਪੁਰਖ ਆ, ਇੱਕੋ ਹੀ ਮਰਦ ਆ। ਬਾਕੀ ਆਪਾਂ ਸਾਰੇ ਜੀਵ ਇਸਤਰੀਆਂ ਨੇ। ਉਹ ਮਰਦ ਇੱਕੋ ਹੀ ਹੈ, ਪੁਰਖ ਇੱਕੋ ਹੀ ਹੈ। ਉਹ ਕਰਤਾ ਪੁਰਖ ਆ, ਬਾਕੀ ਸਾਰੇ ਉਸਦੀ ਜੀਵ ਇਸਤਰੀਆਂ ਨੇ। ਸੋ ਇਹ ਤਾਂ ਹੋ ਗਿਆ ਕਰਤਾ ਪੁਰਖ। ਫਿਰ ਨਿਰਭਉ, ਪਰਮਾਤਮਾ ਨੂੰ ਕਿਸੇ ਦਾ ਕੋਈ ਡਰ ਨਹੀਂ। ਹੁਣ ਆਪਾਂ ਇਹ ਗੱਲ ਸਮਝੀਏ ਵੀ ਚਲੋ ਪਰਮਾਤਮਾ ਤਾਂ ਵੱਡਾ ਹੋਵੇ, ਡਰ ਕੀ ਹੋਣਾ ਪਰਮਾਤਮਾ ਨੂੰ? ਕਿਉਂਕਿ ਡਰ ਜਿਹੜਾ ਸ਼ਬਦ ਆ ਉਹ ਕਿੱਥੇ ਲਾਗੂ ਹੁੰਦਾ? ਹੁਣ ਆਪਣੇ ਮੂਹਰੇ ਕੋਈ ਜਾਨਵਰ ਆ ਜਾਵੇ ਜਾਂ ਕੋਈ ਬੰਦਾ ਆ ਜਾਵੇ ਜਾਂ ਕੋਈ ਪੁਲਿਸਮੈਨ ਆ ਜਾਵੇ, ਆਪਾਂ ਕੋਈ ਦੋਸ਼ ਕੀਤਾ, ਕਰਮ ਕੋਈ ਇਹੋ ਜਿਹਾ ਕੀਤਾ, ਸੋ ਆਪਾਂ ਉਸ ਚੀਜ਼ ਤੋਂ ਡਰਦੇ ਹਾਂ ਕਿ ਆਪਾਂ ਗਲਤ ਕੰਮ ਕੀਤਾ, ਆਪਾਂ ਨੂੰ ਡਰ ਲੱਗਦਾ। ਸੋ ਆਪਾਂ ਨੂੰ ਡਰ ਤਾਂ ਉਸ ਤੋਂ ਲੱਗੇਗਾ ਕਿ ਕੋਈ ਦੂਸਰਾ ਸਾਹਮਣੇ ਕੋਈ ਹੋਵੇ। ਸੋ ਆਪਾਂ ਗੱਲ ਸਮਝਣ ਦੀ ਕੋਸ਼ਿਸ਼ ਕਰੀਏ। ਪਰਮਾਤਮਾ ਨੇ ਸਭ ਕੁਝ ਬਣਾਇਆ ਤੇ ਬਣਾ ਕੇ ਵਿੱਚ ਸਮਾ ਗਿਆ। ਸੋ ਉਸ ਦੇ ਸਾਹਮਣੇ ਵੀ ਉਹ ਆਪ ਹੈ। ਸਾਡੇ ਅੰਦਰ ਪਰਮਾਤਮਾ, ਉਹ ਬਾਹਰਲੀ ਕੁਦਰਤ ਵਾਲਾ ਪਰਮਾਤਮਾ ਸਾਡੇ ਅੰਦਰ ਵਾਲੇ ਨੂੰ ਦੇਖ ਰਿਹਾ, ਅੰਦਰ ਵਾਲਾ ਬਾਹਰਲੇ ਨੂੰ ਦੇਖ ਰਿਹਾ। ਮਤਲਬ ਉਹ ਸ਼ੀਸ਼ੇ ਮੂਹਰੇ ਖੜਾ, ਉਸ ਨੂੰ ਆਪਣੇ ਆਪ ਤੋਂ ਕੀ ਡਰ ਲੱਗੇਗਾ? ਡਰ ਤਾਂ ਲੱਗੇਗਾ ਜੇ ਕੋਈ ਸਾਹਮਣੇ ਕੋਈ ਦੂਸਰਾ ਵਿਅਕਤੀ ਖੜਾ ਹੋਵੇਗਾ ਜਾਂ ਕੋਈ ਦੂਸਰੀ ਕੋਈ ਚੀਜ਼ ਪਈ ਆ, ਤਾਂ ਡਰ ਲੱਗੇਗਾ। ਕਿ ਪਰਮਾਤਮਾ ਦੇ ਮੂਹਰੇ ਕੋਈ ਦੂਸਰੀ ਚੀਜ਼ ਤਾਂ ਹੈ ਨਹੀਂ, ਕਿਉਂਕਿ ਉਹ ਸਾਰੇ ਪਾਸੇ ਆਪ ਹੀ ਹੈ, ਆਪਣੇ ਆਪ ਦੇ ਵਿੱਚ ਆ। ਇਸ ਕਰਕੇ ਉਹ ਨਿਰਭਉ ਆ। ਹੁਣ ਆਪਾਂ ਜੇ ਰੱਬ ਨੂੰ ਡਰਾਉਣਾ ਚਾਹੀਏ ਵੀ ਅਸੀਂ ਕੋਈ ਰੱਬ ਦੀ ਨਿੰਦਿਆ ਕਰਕੇ ਰੱਬ ਨੂੰ ਡਰਾ ਲਾਂਗੇ, ਕਿਉਂਕਿ ਉਹ ਨਿੰਦਿਆ ਕਰਨ ਦੇ ਨਾਲ ਘਟਦਾ ਨਹੀਂ ਤੇ ਉਸਤਤ ਕਰਨ ਦੇ ਨਾਲ ਉਹ ਵੱਧਦਾ ਨਹੀਂ। ਕੋਈ ਘਾਟ ਵਾਧ ਨਹੀਂ ਹੈਗੀ ਉੱਥੇ। ਸੋ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ ਨਿਰਵੈਰ ਤੇ। ਨਿਰਵੈਰ, ਪਰਮਾਤਮਾ ਨੂੰ ਕਿਸੇ ਨਾਲ ਕੋਈ ਵੈਰ ਨਹੀਂ। ਹੁਣ ਕਈ ਕਹਿ ਦਿੰਦੇ ਆ ਵੀ ਪਰਮਾਤਮਾ ਨੇ ਚੰਗੀ ਨਹੀਂ ਕੀਤੀ, ਪਰਮਾਤਮਾ ਸਾਡਾ ਕੀ ਕਸੂਰ ਸੀ, ਸਾਡਾ ਕੀ ਕਸੂਰ ਸੀ, ਤੂੰ ਸਾਡੇ ਨਾਲ ਐ ਕਰਤਾ ਜਾਂ ਉਹ ਕਰਤਾ ਜਾਂ ਜੋ ਕਰਤਾ। ਸੋ ਜੋ ਆਪਾਂ ਕਰਮ ਕਰਦੇ ਆ ਉਹ ਭੁਗਤਣੇ ਦਾ ਆਪਾਂ ਨੂੰ ਪੈਣੇ ਆ। ਜੋ ਆਪਾਂ ਬੀਜਿਆ ਉਹ ਵੱਢਣਾ ਪੈਣਾ। ਸੋ ਇਹਦੇ ਵਿੱਚ ਪਰਮਾਤਮਾ ਦਾ ਕੋਈ ਦੋਸ਼ ਨਹੀਂ, ਉਹਦਾ ਕਿਸੇ ਨਾਲ ਕੋਈ ਵੈਰ ਹੀ ਨਹੀਂ। ਸੋ ਜੋ ਚੰਗਾ ਮਾੜਾ ਹੁੰਦਾ ਉਹ ਆਪਣੇ ਕਰਮਾਂ ਤੇ ਆ। ਹੁਣ ਇਹ ਕਹਿ ਦਿੰਦੇ ਆ ਵੀ ਸੈਲਫ ਡਿਪੈਂਡ ਬਣ ਕੇ ਆਪਾਂ ਖੁਦ ਐਂ ਕਰ ਲਾਂਗੇ, ਉਹ ਕਰ ਲਾਂਗੇ, ਇਹ ਹੰਕਾਰ ਦੇ ਲਫ਼ਜ਼ ਆ। ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਨੂੰ ਭਾਉਂਦਾ। ਸੋ ਜਿਹੜੀ ਤਾਂ ਨਿਰਵੈਰ ਆ, ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਚਾਹੇ ਕੋਈ ਉਸ ਨੂੰ ਮੰਨਦਾ ਚਾਹੇ ਕੋਈ ਉਸ ਨੂੰ ਨਹੀਂ ਮੰਨਦਾ। ਉਹ ਸਭ ਨੂੰ ਬਰਾਬਰ ਸਮਝਦਾ, ਸਭ ਨੂੰ ਬਰਾਬਰ ਰੋਜੀ ਦਿੰਦਾ। ਸੋ ਆਪਾਂ ਜੋ ਹੁਣ ਕਰ ਰਹੇ ਹਾਂ ਉਹ ਆਪਾਂ ਆਪਦਾ ਜੀਵਨ ਨੂੰ ਸਫਲਾ ਕਰਨਾ ਜਾਂ ਨਹੀਂ ਕਰਨਾ, ਉਹ ਬਾਅਦ ਦੀਆਂ ਗੱਲਾਂ ਨੇ। ਸੋ ਇਹ ਚੀਜ਼ ਆਪਾਂ ਦੇਖੀਏ ਵੀ ਪਰਮਾਤਮਾ ਦਾ ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਨਿੱਜੀ ਵੈਰ ਨਹੀਂ ਹੈ ਵੀ ਪਰਮਾਤਮਾ ਦਾ ਇਹ ਵੈਰੀ ਆ ਤੇ ਪਰਮਾਤਮਾ ਨੇ ਤੇ ਬਸ ਇੱਦਾਂ ਕਰਕੇ ਵੀ ਕੋਈ ਨਾ ਕੋਈ ਸਾਡੇ 'ਤੇ ਦੁਸ਼ਮਣੀ ਕੱਢ ਲਈ ਆ ਤੇ ਪਰਮਾਤਮਾ ਨੇ ਹੁਣ, ਮੈਂ ਕਾਫੀ ਪੋਸਟਾਂ ਪੜ੍ਹੀਆਂ, ਸਾਡੇ ਮੁੰਡੇ ਵੀ ਪਾਉਂਦੇ ਹੁੰਦੇ, ਕਈ ਦੇਖੀਆਂ ਮੈਂ। ਕਿਸੇ ਦੋਸਤ ਦੀ ਮੌਤ ਹੋ ਗਈ ਸੀ ਉਹਨਾਂ ਦੀ, ਉਹਨਾਂ ਨੇ ਲਿਖਤਾ ਵੀ ਵੇ ਰੱਬਾ ਤੂੰ ਚੰਗਾ ਨਹੀਂ ਕੀਤਾ, ਵੀ ਰੱਬ ਨੇ ਤੁਹਾਡੇ ਨਾਲ ਕੀ ਮਾੜਾ ਕਰਤਾ। ਜਿੰਨੀ ਕਿ ਕਿਸੇ ਦੀ ਆਯੂ ਸੀ ਉਹ ਆਯੂ ਭੁੱਲ ਕੇ ਭੋਗ ਕੇ ਚਲਾ ਗਿਆ। ਸੋ ਪਰਮਾਤਮਾ ਕਿਸੇ ਦਾ ਵੈਰੀ ਨਹੀਂ ਹੈ। ਸੋ ਇਸ ਤੋਂ ਅੱਗੇ ਆ ਜਾਂਦਾ ਅਕਾਲ ਮੂਰਤ। ਉਹ ਕਾਲ ਤੋਂ ਰਹਿਦਾ, ਉਸ 'ਤੇ ਕਾਲ ਨਹੀਂ ਆਉਂਦਾ।
ਕਿਉਂਕਿ ਜੋ ਉਸਨੇ ਬਣਾਇਆ ਉਹ ਕਾਲ ਦੇ ਵਿੱਚ ਆਉਂਦਾ। ਜੋ ਵੀ ਚੀਜ਼ਾਂ ਉਸਨੇ ਬਣਾਈਆਂ ਵਾ, ਜੋ ਕਿ ਜੀਵ ਜੰਤੂ ਬਣਾਏ ਜਾਂ ਕੁਝ ਵੀ ਬਣਾਇਆ ਵਾ, ਜਿਹੜੀ ਚੀਜ਼ ਬਣੀ ਆ, ਜਿਸ ਚੀਜ਼ ਦਾ ਜਨਮ ਹੋਇਆ, ਉਹ ਕਾਲ ਦੇ ਵਿੱਚ ਆਉਣੀ ਹੀ ਆਉਣੀ ਆ। ਕਿਉਂਕਿ ਕਾਲ ਦਾ ਟਾਈਮ ਪੀਰੀਅਡ ਹੁੰਦਾ ਵਾ, ਉਸ ਦੇ ਚੀਜ਼ ਦੇ ਵਿੱਚ ਉਸਨੇ ਆਉਣਾ ਵਾ, ਉਹਨਾਂ ਟਾਈਮ ਪੀਰੀਅਡ ਦੇ ਵਿੱਚ ਹੀ ਉਸਨੇ ਜਾਣਾ। ਕਿ ਪ੍ਰਮਾਤਮਾ ਆਪਾਂ ਜੇ ਦੇਖੀਏ, ਕੋਈ ਜਵਾਨ ਬੱਚਾ ਵਾ ਅਤੇ ਇੱਕ ਬਜ਼ੁਰਗ ਆ। ਜਦੋਂ ਤਾਂ ਅੱਖਾਂ ਖੋਲ੍ਹ ਕੇ ਆਪਾਂ ਦੇਖਦੇ ਹਾਂ, ਇੱਕ ਜਵਾਨ ਦੀ ਜਿਹੜੀ ਦੇਖਣ ਦੀ ਸ਼ਕਤੀ ਆ ਉਹ ਹੋਰ ਤਰ੍ਹਾਂ ਦੀ ਆ, ਇੱਕ ਬਜ਼ੁਰਗ ਦੀ ਦੇਖਣ ਦੀ ਸ਼ਕਤੀ ਹੋਰ ਤਰ੍ਹਾਂ ਦੀ। ਉਸ ਨੂੰ ਉਮਰ ਦਾ ਤਕਾਜ਼ਾ ਆਉਂਦਾ ਵੀ ਮੇਰੇ ਇੰਨੇ ਸਾਲ ਲੰਘ ਗਏ, ਇੰਨੇ ਸਾਲ ਆ ਗਏ ਜਾਂ ਕੀ ਹੈ ਇੰਨੇ ਸਾਲਾਂ ਦਾ। ਜਦੋਂ ਆਪਾਂ ਨੇਤਰ ਬੰਦ ਕਰਦੇ ਹਾਂ, ਆਪਾਂ ਉਸ ਨਿਰਗੁਣ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਉਸ ਪਰਮਾਤਮਾ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਆਪਾਂ ਜਦੋਂ ਅੱਖਾਂ ਬੰਦ ਕਰਦੇ ਹਾਂ ਤਾਂ ਉੱਥੇ ਕੋਈ ਉਮਰ ਹੀ ਹੈ ਨਹੀਂ। ਉਹੀ ਫੀਲ ਇੱਕ 16-17 ਸਾਲ ਦੇ ਨੂੰ ਆਉਂਦੀ ਆ ਅੱਖਾਂ ਬੰਦ ਕਰਕੇ, ਉਹੀ ਕੁਛ ਅੰਦਰ ਫੀਲ ਹੁੰਦਾ ਵਾ। ਉਹੀ ਫੀਲ ਇੱਕ 75-80 ਸਾਲ ਦੇ ਬੁੜੇ ਨੂੰ ਹੁੰਦੀ। ਸੋ ਆਪਣੇ ਅੰਦਰ ਕੋਈ ਉਮਰ ਨਹੀਂ ਹੈ। ਜਿਹੜੀ ਉਮਰ ਹੈ ਸਾਡੀਆਂ ਇਹ ਬਾਹਰਲੀਆਂ ਅੱਖਾਂ ਵਾ, ਇਹ ਉਮਰ ਦੇਖਦੀਆਂ, ਇਹ ਕਾਲ ਦੇ ਅਧੀਨ ਹੈ। ਜਿਹੜੀ ਆਪਣੀ ਅੰਦਰਲੀ ਅੱਖਾਂ ਉਹ ਕਾਲ ਦੇ ਅਧੀਨ ਨਹੀਂ ਹੁੰਦੀ। ਸੋ ਇਹ ਹੈ ਅਕਾਲ ਮੂਰਤ। ਸੋ ਫਿਰ ਆਪਾਂ ਇਸ ਤੋਂ ਅੱਗੇ ਗੱਲ ਕਰਦੇ ਹਾਂ ਅਯੂਨੀ ਸੈਭੰ। ਫਿਰ ਉਹੀ ਗੱਲ ਆ ਜਾਂਦੀ ਵੀ ਪ੍ਰਮਾਤਮਾ ਕਾਲ ਦੇ ਵਿੱਚ ਨਹੀਂ ਹੈ, ਕਿਉਂਕਿ ਕਾਲ ਦੇ ਵਿੱਚ ਨਾ ਆਉਣ ਕਰਕੇ ਉਹ ਜੂਨੀਆਂ 'ਚ ਵੀ ਨਹੀਂ ਆਉਂਦਾ ਪਰਮਾਤਮਾ। ਸੋ ਜਿੰਨੇ ਵੀ ਜਿਹੜੇ ਤਾਂ ਗੁਰੂ ਅਵਤਾਰ ਆਏ ਨੇ, ਸੋ ਆਪਣੀ ਸੋਚਣ ਦਾ ਵਿਸ਼ਾ ਹੈ। ਆਪਾਂ ਜੇ ਜਿੱਦਾਂ ਦੀ ਆਪਣੀ ਭਾਵਨਾ, ਹੁਣ ਜੇ ਆਪਾਂ ਕਹੀਏ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਸੀ, ਗੁਰੂ ਨਾਨਕ ਸਾਹਿਬ ਜੀ ਮਰ ਗਏ ਸੀ, ਜਾਂ ਇਹੋ ਜਿਹੀਆਂ ਬੇਤੁਕੀਆਂ ਜਿਹੀਆਂ ਗੱਲਾਂ ਕਰੀਏ, ਸੋ ਫਿਰ ਤਾਂ ਇਹ ਗੱਲ ਹੋਰ ਹਿਸਾਬ ਨਾਲ ਹੋ ਜਾਂਦੀ। ਆਪਾਂ ਜੇ ਬਾਣੀ ਦੇ ਆਧਾਰ 'ਤੇ ਗੱਲ ਕਰੀਏ ਵੀ ਅਜੂਨੀ ਆ, ਕਿਉਂਕਿ ਗੁਰੂ ਨਾਨਕ ਸਾਹਿਬ ਖੁਦ ਨਿਰੰਕਾਰ ਸੀ, ਅਤੇ ਗੁਰੂ ਨਾਨਕ ਸਾਹਿਬ ਫਿਰ ਅਜੂਨੀ ਕਿਵੇਂ ਹੋਏ? ਕਿਉਂਕਿ ਉਹ ਇੱਕ ਮਾਇਆ ਦਾ ਪਰਦਾ ਸਾਡੇ ਅੱਖਾਂ ਦੇ ਮੂਹਰੇ ਪਾ ਦਿੰਦੇ ਆ ਵੀ ਮੈਂ ਇੱਕ ਨੋਰਮਲ ਵਿਅਕਤੀ ਦੇ ਤੌਰ 'ਤੇ ਆਇਆ, ਨੋਰਮਲ ਵਿਅਕਤੀ ਵਾਂਗੂ ਜਨਮ ਲਿਆ, ਕਿਰਤ ਕੀਤੀ ਅਤੇ ਨਾਮ ਜਪਿਆ, ਅਤੇ ਜਪਣ ਨੂੰ ਕਿਹਾ ਅਤੇ ਜਪਾਇਆ, ਅਤੇ ਵੰਡ ਵੀ ਛਕਿਆ। ਸੋ ਉਹਨਾਂ ਨੇ ਇੱਕ ਨੋਰਮਲ ਵਿਅਕਤੀ ਵਾਂਗੂ ਸਾਨੂੰ ਕਰਕੇ ਦਿਖਾਤਾ ਵੀ ਇੱਦਾਂ ਇੱਦਾਂ ਤੁਸੀਂ ਕਰਨਾ, ਸਾਨੂੰ ਸਮਝਾਤਾ। ਉਹ ਇਸ ਦੁਨੀਆ 'ਤੇ ਮਤਲਬ ਉਹਨਾਂ ਨੇ ਇਹ ਵੀ ਸਾਨੂੰ ਦਿਖਾਇਆ ਵੀ ਮੈਂ ਕਾਲ ਦੇ ਅਧੀਨ ਆਇਆ ਵਾਂ, ਵੀ ਤੁਸੀਂ ਵੀ ਕਾਲ ਦੇ ਅਧੀਨ ਆ, ਵੀ ਮੈਂ ਵੀ ਇੱਕ ਟਾਈਮ ਪੀਰੀਅਡ ਦੇ ਵਿੱਚ ਮੈਂ ਆਇਆ ਇਸ 'ਤੇ ਮੈਂ ਜਾਣਾ ਵੀ ਆ, ਪੱਕਾ ਨਹੀਂ ਹੈਗਾ। ਸੋ ਇਹ ਸਿਰਫ ਸਾਡੇ ਮਨ ਦੇ ਭੁਲੇਖੇ ਆ। ਉਹ ਪਰਮਾਤਮਾ ਸਾਨੂੰ ਬਹੁਤ ਭੁਲੇਖਿਆਂ 'ਚ ਪਾਉਂਦਾ, ਆਪਣਾ ਭੇਦ ਨਹੀਂ ਦਿੰਦਾ। ਉਹ ਇਸ ਦੁਨੀਆ 'ਤੇ ਪ੍ਰਗਟ ਹੋਏ ਨੇ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਸੋ ਲੋਕਾਂ ਨੂੰ ਐਂ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ। ਪਰ ਜਿਹੜੇ ਉਹਨਾਂ ਦੇ ਸਵਾਸ ਸੀ, ਉਹ ਜਦੋਂ ਬੱਚਾ ਜਨਮ ਲੈ ਲਿਆ, ਉਸ ਟਾਈਮ ਮੌਕੇ 'ਤੇ ਸਵਾਸ ਗੁਰੂ ਨਾਨਕ ਸਾਹਿਬ ਜੀ ਦੇ ਉਸ ਦੇਹ ਦੇ ਵਿੱਚ ਪ੍ਰਵੇਸ਼ ਕੀਤੇ, ਤਾਂ ਉਸ ਟਾਈਮ ਬਹੁਤ ਪ੍ਰਕਾਸ਼ ਹੋਇਆ ਸੀ, ਉਸ ਜੋਤ ਦਾ ਪ੍ਰਕਾਸ਼ ਬਹੁਤ ਜ਼ਿਆਦਾ ਹੋਇਆ ਸੀ। ਗੁਰੂ ਨਾਨਕ ਸਾਹਿਬ ਜੰਮੇ ਨਹੀਂ ਸੀ, ਉਹ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਸੀ। ਸੋ ਇਹ ਸਾਡੇ ਮਨਾਂ ਦੇ ਭੁਲੇਖੇ ਆ, ਕਿਉਂਕਿ 9 ਮਹੀਨੇ ਮਾਤਾ ਦੇ ਪੇਟ 'ਚ ਸਿਰਫ ਇੱਕ ਬੁੱਤ ਬਣਿਆ। ਜੋ ਪ੍ਰਾਣ ਨੇ, ਜੋ ਆਤਮਾ, ਉਹ ਬੱਚੇ ਦੇ ਜਨਮ ਲੈਣ ਤੋਂ ਬਾਅਦ ਉਸੇ ਟਾਈਮ ਪਈ ਆ, ਉਹ ਪ੍ਰਕਾਸ਼ ਹੋਇਆ, ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਅਤੇ ਉਸੇ ਦੇਹ ਦੇ ਨਾਲ ਸੱਚਖੰਡ ਨੂੰ ਵਾਪਸ ਗਏ ਨੇ। ਉਹਨਾਂ ਦਾ ਕੋਈ ਸੰਸਕਾਰ ਨਹੀਂ ਕੀਤਾ ਗਿਆ। ਇਹ ਸਭ ਸਾਡੇ ਮਨਾਂ ਦੇ ਭੁਲੇਖੇ ਆ ਵੀ ਆਪਾਂ ਗੁਰੂ ਨੂੰ ਜੰਮ ਗਿਆ ਮਰ ਗਿਆ ਕਹਿੰਦੇ, ਪਰ ਗੁਰੂ ਜੰਮਦਾ ਮਰਦਾ ਨਹੀਂ ਹੈ। ਇਹ ਗੁਰੂ ਜੂਨੀਆਂ ਤੋਂ ਰਹਿਤ ਆ। ਸੈਭੰ, ਸੈਭੰ ਭਾਵ ਆਪਣੇ ਆਪ ਤੋਂ, ਮਤਲਬ ਉਹ ਉਸ ਨੂੰ ਕਿਸੇ ਨੇ ਬਣਾਇਆ ਨਹੀਂ, ਉਹ ਆਪਣੇ ਆਪ ਤੋਂ ਬਣਿਆ। ਸੋ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਨਿਰਵੈਰ ਅਤੇ ਨਿਰਭਉ, ਆਪਾਂ ਇਹ ਗੱਲ ਕੀਤੀ ਸੀ ਵੀ ਪਰਮਾਤਮਾ ਨੂੰ ਡਰ ਨਹੀਂ ਕਿਸੇ ਦਾ। ਵੀ ਡਰ ਤਾਂ ਇਹ ਹੋਵੇ ਵੀ ਜੇ ਕੋਈ ਦੂਸਰਾ ਬੰਦਾ ਹੋਵੇ ਆਪਾਂ ਤੋਂ ਡਰੀਏ, ਵੀ ਉਹ ਕਿਉਂਕਿ ਉਹ ਆਪਣੇ ਆਪ ਤੋਂ ਬਣਿਆ ਵਾ, ਅਤੇ ਆਪ ਹੀ ਸਾਰੇ ਬਣਾ ਕੇ ਵਿੱਚ ਸਮਾ ਗਿਆ। ਵੀ ਜਿਹੜਾ ਕ੍ਰੀਏਟਰ ਆ ਉਹ ਕ੍ਰੀਏਸ਼ਨ ਦੇ ਵਿੱਚ ਹੀ ਵਸਿਆ ਹੋਇਆ ਵਾ, ਪਰ ਉਸ ਨੂੰ ਡਰ ਕਿਸ ਚੀਜ਼ ਦਾ? ਉਹੀ ਚੀਜ਼ ਸੈਭੰ ਦੇ ਵਿੱਚ ਆ ਵੀ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ, ਉਹਨੂੰ ਕਿਸੇ ਨੇ ਬਣਾਇਆ ਨਹੀਂ।
ਬਾਕੀ ਜੋ ਵੀ ਚੀਜ਼ਾਂ ਬਣੀਆਂ ਉਸ ਕ੍ਰੀਏਟਰ ਨੇ ਕ੍ਰੀਏਸ਼ਨ ਕੀਤੀ ਆ, ਉਹ ਬਣਾਈਆਂ ਗਈਆਂ ਨੇ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਆ। ਸੋ ਇਸ ਤੋਂ ਅੱਗੇ ਨਾ ਗੁਰਪ੍ਰਸਾਦ। ਸੋ ਜਿਹੜੀਆਂ ਇੰਨੀਆਂ ਖੂਬੀਆਂ ਵਾਲਾ ਪਰਮਾਤਮਾ ਵਾ, ਇਹ ਮਿਲਦਾ ਕਿੱਦਾਂ? ਹੁਣ ਆਪਾਂ ਜੀ ਅੱਜ ਕੱਲ੍ਹ ਦੇ ਪ੍ਰਚਾਰਕਾਂ ਵੱਲ ਦੇਖੀਏ ਤਾਂ ਉਹ ਗੁਰੂ ਦੀ ਕਿਰਪਾ ਨੂੰ ਤਾਂ ਮੰਨਦੇ ਨਹੀਂ। ਕਹਿੰਦੇ ਯਾਰ ਗੁਰੂ ਹੀ ਹੈ ਨਹੀਂ ਤਾਂ ਗੁਰੂ ਦੀ ਕਿਰਪਾ ਸਵਾਹ ਹੋਣੀ ਆ। ਉਹ ਹਮੇਸ਼ਾ ਉਹਨਾਂ ਦਾ ਪ੍ਰਚਾਰ ਕੀ ਰਹਿੰਦਾ ਵੀ ਜੋ ਕੁਝ ਵੀ ਕਰਦਾ ਉਹ ਬੰਦਾ ਹੀ ਕਰਦਾ। ਮਤਲਬ ਕੋਈ ਵੀ ਪਰਮਾਤਮਾ ਨੂੰ ਗਿਆਨ ਹਾਸਲ ਕਰਨਾ ਜਾਂ ਕੁਝ ਵੀ ਸਫਲਤਾ ਜਾਂ ਕੁਝ ਵੀ ਆ, ਉਹ ਬੰਦਾ ਆਪਣੀ ਖੁਦ ਦੀ ਮਿਹਨਤ ਕਰਦਾ। ਜਾਂ ਸਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਹੈਗੀ, ਅਸੀਂ ਗੁਰੂ ਨੂੰ ਸਿੱਧਾ ਮਿਲ ਸਕਦੇ ਹਾਂ। ਗੱਲ ਠੀਕ ਆ ਵੀ ਸਾਡੇ ਗੁਰੂ ਸਾਹਿਬ ਜੀ ਅਸੀਂ ਗੁਰੂ ਸਾਹਿਬਾਂ ਤੋਂ ਬਣੇ, ਗੁਰੂ ਸਾਹਿਬ ਸਾਡੇ ਵਿੱਚ ਨੇ, ਪਰ ਅਸੀਂ ਸਿੱਧਾ ਮਿਲ ਨਹੀਂ ਸਕਦੇ। ਕੀ ਕਾਰਨ ਹੈ? ਸਾਨੂੰ ਗੁਰੂ ਦੀ ਕੀ ਲੋੜ ਹੈ? ਅਸੀਂ ਤਾਂ ਸਿੱਧਾ ਗੁਰੂ ਨੂੰ ਮਿਲ ਸਕਦੇ ਹਾਂ, ਸਾਨੂੰ ਵਿਚੋਲੇ ਦੀ ਕੀ ਲੋੜ ਹੈ? ਸੋ ਗੁਰਪ੍ਰਸਾਦ ਕਿਉਂ ਜ਼ਰੂਰੀ ਹੈ? ਵੀ ਗੁਰੂ ਦੀ ਕਿਰਪਾ ਦੇ ਨਾਲ ਇਹ ਕਿਉਂ ਮਿਲਦਾ ਪਰਮਾਤਮਾ? ਸੋ ਆਪਾਂ ਗੱਲ ਸਮਝਣ ਦੀ ਕੋਸ਼ਿਸ਼ ਕਰੀਏ। ਇੱਕ ਮੈਂ ਪਿੱਛੇ ਸਾਖੀ ਵੀ ਸੁਣਾਈ ਸੀ ਵੀ ਪੀਰ ਬੁੱਧੂ ਸ਼ਾਹ ਨੇ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਸੀ ਵੀ ਬੰਦਾ ਪਰਮਾਤਮਾ ਨੂੰ ਮਿਲ ਸਕਦਾ? ਕਹਿੰਦੇ ਹਾਂ ਮਿਲ ਸਕਦਾ। ਕਹਿੰਦੇ ਥੋੜ੍ਹਾ ਜਿਹਾ ਹੀ ਫਰਕ ਆ, ਦਿਨ ਰਾਤ ਦਾ ਹੀ ਫਰਕ ਆ। ਕਹਿਣ ਲੱਗੇ ਦਿਨ ਰਾਤ ਦਾ ਫਰਕ ਕੋਈ ਸਮਝ ਨਹੀਂ ਆਈ, ਵੀ ਖੋਲ ਕੇ ਸਮਝਾਓ ਜੀ। ਉਹ ਕਹਿੰਦੇ ਵੀ ਦਿਨ ਰਾਤ ਦਾ ਫਰਕ ਆ, ਜਿੱਥੇ ਦਿਨ ਆ ਉੱਥੇ ਰਾਤ ਨਹੀਂ, ਜਿੱਥੇ ਰਾਤ ਆ ਉੱਥੇ ਦਿਨ ਨਹੀਂ। ਉਹ ਕਹਿੰਦੇ ਹਜੇ ਵੀ ਨਹੀਂ ਸਮਝ ਆਈ। ਸੋ ਫਿਰ ਉਹਨਾਂ ਨੇ ਥੋੜ੍ਹਾ ਜਿਹਾ ਪਰਦਾ ਹੋਰ ਚੱਕਿਆ। ਕਹਿੰਦੇ ਜਿੱਥੇ ਤੂੰ ਆ ਉੱਥੇ ਮੈਂ ਨਹੀਂ, ਜਿੱਥੇ ਮੈਂ ਆ ਉੱਥੇ ਤੂੰ ਨਹੀਂ। ਫਿਰ ਸਮਝ ਆਈ ਵੀ ਜਿੱਥੇ ਮੈਂ ਆ ਉੱਥੇ ਗੁਰੂ ਨਹੀਂ। ਕਿਉਂਕਿ ਜਿੰਨਾ ਚਿਰ ਅਸੀਂ ਕਹਿੰਦੇ ਨੇ ਵੀ ਮੈਂ ਆਹ ਕਰਤਾ, ਮੈਂ ਵਾਹ ਕਰਤਾ, ਮੈਂ ਜੋ ਕਰਤਾ, ਮੈਂ ਉਹ ਕਰਤਾ। ਸੋ ਕਈ ਤਾਂ ਕਹਿ ਦਿੰਦੇ ਵੀ ਮੈਂ ਹੀ ਸਾਰਾ ਕੁਛ ਕਰਤਾ, ਮੈਂ ਹੀ ਰੱਬ ਹਾਂ, ਬੰਦਾ ਹੀ ਰੱਬ ਹੈ। ਗੁਰੂ ਗ੍ਰੰਥ ਸਾਹਿਬ ਜੀ ਕਿਤਾਬ ਨਹੀਂ। ਸੋ ਉਹਨਾਂ ਟਾਈਮ ਅਸੀਂ ਪਰਮਾਤਮਾ ਦੀ ਝਾਕ ਨਾ ਰੱਖੀਏ। ਅਸੀਂ ਆਪ ਤਾਂ ਡੁੱਬਣਾ, ਅਸੀਂ ਲੋਕਾਂ ਨੂੰ ਵੀ ਨਾ ਡੁੱਬੀਏ। ਸੋ ਗੁਰੂ ਦੀ ਕਿਰਪਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਗੁਰੂ ਨੂੰ ਮਿਲਣ ਦੇ ਲਈ। ਗੁਰਪ੍ਰਸਾਦ ਬਹੁਤ ਜ਼ਰੂਰੀ ਆ। ਸੋ ਇੱਕ ਗੁਰੂ ਸਾਹਿਬਾਂ ਨੇ, ਗੁਰੂ ਨਾਨਕ ਸਾਹਿਬ ਨੇ ਸਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਿਆ, ਪਰ ਇਹ ਕਹਿਣ ਨੂੰ ਸੌਖਾ, ਪਰ ਕਈਆਂ ਦੀ ਜੀਭਾਂ ਨਿਕਲ ਜਾਂਦੀਆਂ ਨੇ। ਸੋ ਆਪਾਂ ਜੇ ਕਹਿ ਦਈਏ ਵੀ ਨਹੀਂ ਸਾਡੇ 'ਚ ਹੰਕਾਰ ਨਹੀਂ ਹੈਗਾ, ਅਸੀਂ ਗੁਰੂ ਨੂੰ ਪਾ ਲੈਣਾ, ਮੈਂ ਤਾਂ ਹੰਕਾਰ ਕਰਦਾ ਹੀ ਨਹੀਂ। ਸੋ ਇਹ ਗੱਲ ਕਹਿਤੀ ਵੀ ਮੈਂ ਤਾਂ ਹੰਕਾਰ ਕਰਦਾ ਹੀ ਨਹੀਂ, ਮੇਰੀ ਤਾਂ ਬਹੁਤ ਨਿਮਰਤਾ। ਇੱਕ ਨਵਾਂ ਹੰਕਾਰ ਆ, ਇਹ ਵੀ ਹੰਕਾਰ ਆ। ਜਿੰਨਾ ਮਰਜ਼ੀ ਕਹਿ ਲਓ ਮੈਂ ਤਾਂ ਬੜੀ ਨਿਮਰਤਾ ਨਾਲ ਰਹਿੰਦਾ ਵਾਂ, ਮੈਂ ਤਾਂ ਪੂਰਾ ਹੰਕਾਰ ਨਹੀਂ ਕਰਦਾ, ਮੇਰੀ ਤਾਂ ਉਵੇਂ ਹੀ ਹੈ ਨਹੀਂ ਵੀ ਮੈਂ ਗੁਰੂ ਦਾ ਗਿਆਨ ਹਾਸਲ ਕਰ ਲਿਆ, ਮੈਂ ਅਧਿਐਨ ਕਰ ਲਿਆ ਗੁਰੂ ਗ੍ਰੰਥ ਸਾਹਿਬ ਜੀ ਦਾ, ਮੈਂ ਫਲਾਣਾ ਕਰ ਲਿਆ, ਮੈਂ ਧਮਕਾ ਕਰ ਲਿਆ। ਜਿੰਨਾ ਚਿਰ ਮੈਂ ਨਹੀਂ ਮਿਟਦੀ ਉਹਨਾਂ ਚਿਰ ਗੁਰੂ ਦਾ ਆਪਾਂ ਇਹ ਮਨ 'ਚ ਸੋਚਣੇ ਬੰਦ ਕਰ ਲਓ ਵੀ ਗੁਰੂ ਸਾਨੂੰ ਪ੍ਰਾਪਤੀ ਹੋ ਜਾਏਗੀ। ਨਹੀਂ ਮਿਲਣਾ। ਜਿੰਨਾ ਮਰਜ਼ੀ ਜ਼ੋਰ ਲੈ ਲਓ, ਜਿੰਨਾ ਮਰਜ਼ੀ ਵਿਦਵਾਨ ਬਣ ਜਾਓ ਵੱਡੇ ਵੱਡੇ, ਜਿੰਨੀਆਂ ਮਰਜ਼ੀ ਤੁਸੀਂ ਸਮਾਧੀਆਂ ਲਾ ਲਓ, ਜਿੰਨੀਆਂ ਮਰਜ਼ੀ ਤੁਸੀਂ ਭੋਰਿਆਂ 'ਚ ਵੜ ਕੇ ਚੱਲ ਗਏ ਕਰ ਲਓ, ਕੱਖ ਨਹੀਂ ਹੋਣਾ। ਜਿੰਨੀਆਂ ਮਰਜ਼ੀ ਮਾਲਾ ਫੇਰ ਲਓ, ਕੱਖ ਨਹੀਂ ਹੋਣਾ, ਨਹੀਂ ਹੋਣਾ। ਇਹ ਗੁਰੂ ਦੀ ਕਿਰਪਾ ਜ਼ਰੂਰੀ ਹੈ। ਗੁਰਪ੍ਰਸਾਦ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਗੁਰੂ ਨੂੰ ਮਿਲਣ ਦੀ ਖਾਤਰ। ਹੁਣ ਤੁਹਾਨੂੰ ਇੱਕ ਸਮਝਾਈ ਦਿੰਦਾ ਮੈਂ, ਗੱਲ ਥੋੜ੍ਹੀ ਜਿਹੀ ਘੁਮਾ ਗਿਆ ਸੀ ਜਾਣ ਕੇ, ਵੀ ਸ਼ਾਇਦ ਕਈਆਂ ਦੇ ਦਿਮਾਗ 'ਚ ਆ ਗਈ। ਜਿਹਨਾਂ ਦੇ ਨਹੀਂ ਦਿਮਾਗ 'ਚ, ਇਹਨਾਂ ਨੂੰ ਦੱਸ ਦਿੰਦੇ ਵੀ ਗੁਰੂ ਦੀ ਕਿਰਪਾ ਕਿਵੇਂ ਜ਼ਰੂਰੀ ਹੈ। ਸੋ ਆਪਾਂ ਜਿਹੜੇ ਤਾਂ ਪ੍ਰਚਾਰਕ ਆ ਉਹਨਾਂ ਦਾ ਛੱਡੋ, ਕਿਉਂਕਿ ਉਹਨਾਂ ਦੇ ਦਿਮਾਗ ਬੂਝਣਾ ਦੇ ਦਿਮਾਗ ਹੋਰ ਹਿਸਾਬ ਦੇ ਹੋਏ ਆ, ਕਿਉਂਕਿ ਉਹਨਾਂ ਨੇ ਆਪ ਤਾਂ ਮਰਨਾ, ਸਾਨੂੰ ਵੀ ਨਾਲ ਡੋਬ ਕੇ ਮਰਨਗੇ। ਕਿਉਂਕਿ ਜਿਹਦਾ ਮਲਾਹ ਹੀ ਕੱਚਾ ਉਹ ਬੇੜਾ ਉਹਦਾ ਡੁੱਬੂਗਾ ਹੀ ਡੁੱਬੂਗਾ। ਸੋ ਉਹ ਕਹਿੰਦੇ ਵੀ ਗੁਰੂ ਦੀ ਕਿਰਪਾ ਨਹੀਂ ਜ਼ਰੂਰੀ। ਹੁਣ ਆਪਾਂ ਮੁੱਦੇ 'ਤੇ ਆਉਂਦੇ ਵੀ ਗੁਰੂ ਸਾਹਿਬ ਦੀ ਕਿਰਪਾ ਕਿੱਦਾਂ, ਵੀ ਇਹ ਕਹਿਣ ਨਾਲ ਆ ਜਾਂ ਕੋਈ ਉਤੋਂ ਮਤਲਬ ਸ਼ਕਤੀ ਪ੍ਰਗਟ ਹੁੰਦੀ ਹੈ ਸਾਨੂੰ ਉਹ ਕਿਰਪਾ ਦਿੰਦੀ? ਨਹੀਂ, ਉਹ ਗੱਲ ਹੈ ਇੱਦਾਂ, ਕੋਈ ਵੀ ਆਪਾਂ ਕੰਮ ਕਰਤਾ, ਕੋਈ ਵੀ ਗੱਡੀ ਲਿਆਂਦੀ ਆ, ਕੋਈ ਸਫਲਤਾ ਮਿਲ ਗਈ ਆਪਾਂ ਨੂੰ, ਕੋਈ ਆਪਾਂ ਨੂੰ ਬਾਣੀ ਦਾ ਅਧਿਐਨ ਕਰ ਲਿਆ, ਜਾਂ ਚਾਰ ਗੱਲਾਂ ਆਪਣੇ ਖੋਪੜ 'ਚ ਪੈ ਗਈਆਂ, ਜਾਂ ਚਾਰ ਗੱਲਾਂ ਆਪਾਂ ਬੋਲਣ ਜੋਗੇ ਹੋ ਗਏ, ਜਾਂ ਕੋਈ ਬੜੀ ਅਸੀਂ 5-10 ਸਾਲ ਦੀ ਮਿਹਨਤ ਕਰਕੇ, ਸਾਡੇ ਜਿਹੜੇ ਜਿਮ ਵਾਲੇ ਮੁੰਡੇ ਆ ਉਹ ਬੜੀ ਮਿਹਨਤ ਕਰਕੇ ਆਪਣਾ 5-10 ਸਾਲ ਲਾ ਕੇ ਸਰੀਰ ਬਣਾਉਂਦੇ ਆ,
ਤੇ ਮੈਂ ਬੜੀ ਮਿਹਨਤ ਕੀਤੀ, ਬੜੇ ਧੱਕੇ ਖਾਧੇ, ਬੜਾ ਮੈਂ ਲੋਹੇ ਨਾਲ ਲੋਹਾ ਹੋਇਆ। ਪ੍ਰਚਾਰਕ ਕਹਿ ਦਿੰਦੇ ਬੜੀ ਮੈਂ ਮਿਹਨਤ ਕੀਤੀ ਆ, ਰਾਗੀ ਕਹਿ ਦਿੰਦੇ ਆ ਬੜੀ ਮੈਂ ਰਾਗ ਵਿਦਿਆ ਜਾਣੀ, ਬੜੀ ਮੈਂ ਮਿਹਨਤ ਕਰ ਕਰਕੇ ਇਸ ਮੁਕਾਮ ਤੇ ਪੁੱਜਿਆ। ਉਹ ਬੇੜਾ ਗਰ ਕਰ ਲੈਂਦੇ ਮਿਹਨਤ ਦਾ। ਤੇ ਅਸੀਂ ਇੱਕ ਨਿੱਕਾ ਜਿਹਾ ਵਰਡ ਇੱਥੇ ਵਿੱਚ ਐਂਟਰ ਕਰਨਾ ਵਾੜਨਾ ਵਾ ਵੀ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਆਹ ਕੁਛ ਕਰਤਾ, ਤਾਂ ਹੰਕਾਰ ਉੱਥੋਂ ਭੱਜ ਜਾਂਦਾ। ਹਰੇਕ ਚੀਜ਼ ਦੇ ਨਾਲ ਗੁਰਪ੍ਰਸਾਦ ਦੀ ਵਰਤੋਂ ਕਰਨੀ ਹੀ ਕਰਨੀ, ਵੀ ਜੋ ਕੁਛ ਕੀਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੋਇਆ, ਜੋ ਕੁਛ ਕੀਤਾ ਗੁਰੂ ਨੇ ਕੀਤਾ। ਗੱਡੀ ਲੈ ਲਈ, ਇਹ ਵੀ ਗੁਰੂ ਨੇ ਦਿੱਤੀ ਆ। ਸਾਨੂੰ ਕਿਸੇ ਚੀਜ਼ ਦਾ ਗਿਆਨ ਹੋ ਗਿਆ, ਇਹ ਗੁਰੂ ਦੀ ਕਿਰਪਾ ਨਾਲ ਹੀ ਮਿਲਿਆ। ਅਸੀਂ ਕਿਸੇ ਬਾਣੀ ਦੀ ਕਿਸੇ ਪੰਕਤੀ ਦਾ ਅਧਿਐਨ ਕਰ ਲਿਆ, ਜਾਂ ਕਈ ਕਹਿ ਦਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰ ਲਓ। ਸੋ ਇਹ ਗੱਲਾਂ ਤਾਂ ਹੁੰਦੀਆਂ ਤਾਂ ਹੈ ਨਹੀਂ ਵੀ ਇਹ ਅਧਿਐਨ ਕੋਈ ਕਰ ਸਕਦਾ ਨਹੀਂ, ਵੈਸੇ ਕਹਿ ਦਿੰਦੇ ਆ, ਚਲੋ ਕੋਈ ਨਹੀਂ। ਵੀ ਜੋ ਕੁਛ ਵੀ ਕਰਤਾ, ਜੋ ਕੁਛ ਵੀ ਤੁਸੀਂ 10-15 ਸਾਲਾਂ ਦੀ ਮਿਹਨਤ ਪਿੱਛੋਂ ਕੋਈ ਚੀਜ਼ ਮਿਲ ਗਈ ਤੁਹਾਨੂੰ, ਉੱਥੇ ਕਹਿ ਦਿਓ ਇੱਕ ਵਾਰੀ ਵੀ ਇਹ ਗੁਰੂ ਦੀ ਕਿਰਪਾ ਨਾਲ ਹੀ ਹੋਇਆ। ਬਸ ਜਿੱਥੇ ਤੂੰ ਨਹੀਂ ਉੱਥੇ ਮੈਂ ਨਹੀਂ, ਜਿੱਥੇ ਮੈਂ ਨਹੀਂ ਉੱਥੇ ਤੂੰ ਨਹੀਂ। ਮਤਲਬ ਦੋਹਾਂ 'ਚੋਂ ਇੱਕ ਚੀਜ਼ ਖੜ੍ਹਦੀਆਂ, ਜਾਂ ਤਾਂ ਤੂੰ ਖੜੂ ਤੇ ਜਾਂ ਮੈਂ ਚੱਕ ਦਿਓ, ਫਿਰ ਤੂੰ ਆਊਗੀ। ਜੇ ਮੈਂ ਹੈਗੀ ਤਾਂ ਤੂੰ ਨਹੀਂ ਹੋਣਾ ਉੱਥੇ। ਇਹ ਗੁਰੂ ਪ੍ਰਸਾਦ, ਇਹ ਗੁਰੂ ਸਾਹਿਬ ਜੀ ਸਾਨੂੰ ਗੁੱਝਾ ਭੇਜ ਦੇ ਦਿੰਦੇ ਆ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਤੋਂ ਵੀ ਅੱਧੇ ਤੋਂ ਵੀ ਉੱਪਰ ਤੇ ਉਹ ਤੇ ਵਿੱਚ ਹੀ ਸਾਰਾ ਭੇਜ ਦੱਸ ਦਿੰਦੇ ਆ। ਮੈਨੂੰ ਸਮਝ ਨਹੀਂ ਆਉਂਦੀ ਸਾਡੇ ਪ੍ਰਚਾਰਕਾਂ ਦੀ, ਇਹ ਕਿਵੇਂ ਗੱਲ ਘੁਮਾ ਕੇ ਸਿਰਫ ਇੱਕ ਨਿੱਕੀ ਜਿਹੀ ਗੱਲ ਆ, ਛੋਟੀ ਜਿਹੀ ਗੱਲ ਆ, ਸਮਝਾਉਣ ਦੀ ਗੱਲ ਆ, ਉਹ ਸਮਝਾਉਂਦੇ ਨਹੀਂ ਹੈਗੇ। ਸੋ ਗੁਰਪ੍ਰਸਾਦ ਬਹੁਤ ਜ਼ਰੂਰੀ ਹੈ। ਫਿਰ ਜਪ ਦਾ ਭਾਵ, ਹੁਣ ਆਪਾਂ ਕਹਿ ਲਈਏ ਵੀ ਇਸ ਬਾਣੀ ਦਾ ਨਾਮ ਹੈ। ਸੋ ਗੁਰਪ੍ਰਸਾਦ ਤੋਂ ਵੱਧ ਜਪ ਕਿਹਾ। ਜਪ ਤੋਂ ਭਾਵ ਜਪਣਾ, ਉਸ ਨੂੰ ਉਸ ਦਾ ਨਾਮ ਜਪਣਾ। ਆਪਾਂ ਕਿਸੇ ਨੂੰ ਨਾਮ ਜਪਦੇ ਹਾਂ, ਭਾਵ ਆਪਾਂ ਮੰਨ ਲਓ ਕਿਸੇ ਦਾ ਨਾਮ ਲੈਂਦੇ, ਮੰਨ ਲਓ ਮੈਂ ਗੁਰਮੀਤ ਨਾਮ ਲੈਂਦਾ ਵਾ, ਗੁਰਮੀਤ, ਤਾਂ ਮੈਂ ਕਿਹਨੂੰ ਬੁਲਾਇਆ? ਗੁਰਮੀਤ ਨੂੰ ਬੁਲਾਇਆ ਹੋਵੇਗਾ। ਜੇ ਅਸੀਂ ਪਰਮਾਤਮਾ ਦਾ ਨਾਮ ਲਵਾਂਗੇ ਤਾਂ ਪਰਮਾਤਮਾ ਨੂੰ ਬੁਲਾਵਾਂਗੇ। ਸੋ ਉਸ ਦਾ ਨਾਮ ਲੈਣਾ, ਉਸ ਨੂੰ ਜਪਣਾ, ਉਸ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ। ਫਿਰ ਆਦਿ ਸੱਚ, ਉਹ ਰਚਨਾ ਤੋਂ ਪਹਿਲਾਂ ਵੀ ਸੱਚ ਸੀ, ਕਿਉਂਕਿ ਉਸ ਟਾਈਮ ਜ਼ਿਕਰ ਬਾਣੀ ਦੇ ਵਿੱਚ ਹੁੰਦਾ ਅਰਬੰਦ ਨਰਬੰਦ ਧੰਦੂਕਾਰਾ, ਧੁੰਦ ਬੁੰਦ ਸੀ, ਕੁਛ ਨਹੀਂ ਸੀ, ਕੋਈ ਸੰਸਾਰ ਨਹੀਂ ਸੀ, ਕੋਈ ਧਰਤੀ ਨਹੀਂ, ਕੁਛ ਨਹੀਂ ਸੀ, ਪਰਮਾਤਮਾ ਇਕੱਲਾ ਸੀ। ਉਸ ਟਾਈਮ ਵੀ ਉਹ ਸੱਚ ਸੀ। ਜੁਗਾਦ ਸੱਚ, ਯੁਗਾਂ ਦੇ ਵਿੱਚ ਵੀ ਉਹ ਸੱਚ ਸੀ ਇਕੱਲਾ। ਦੁਨੀਆ ਬਹੁਤ ਆਈ ਬੜੀ ਗਈ, ਉਹ ਸਭ ਝੂਠ ਸੀ, ਇਕੱਲਾ ਇੱਕ ਪਰਮਾਤਮਾ ਹੀ ਸੱਚਾ ਸੀ। ਹੈ ਵੀ ਸੱਚ, ਹੁਣ ਵੀ ਸੱਚ ਆ। ਦੁਨੀਆ ਸਾਰੀ ਝੂਠ ਤਮਾਸ਼ਾ ਹੈ, ਕੂੜ ਆ, ਹੁਣ ਇਕੱਲਾ ਵੀ ਸੱਚਾ। ਤੇ ਨਾਨਕ ਹੋਸੀ ਵੀ ਸੱਚ, ਉਹ ਗਾਂ ਵੀ ਹੀ ਸੱਚ ਹੀ ਰਹੇਗਾ। ਬਾਕੀ ਸਾਰੀ ਦੁਨੀਆ ਜਿਹੜੀ ਆਏਗੀ ਜਾਂ ਕੁਛ ਵੀ ਹੋਏਗਾ, ਉਹ ਸਭ ਝੂਠ ਹੈ। ਇਕੱਲਾ ਉਸ ਦਾ ਨਾਮ ਭਾਵ ਉਹ ਪਰਮਾਤਮਾ ਹੀ ਸੱਚਾ। ਫਿਰ ਇਸ ਤੋਂ ਅੱਗੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਜਿੰਨੀਆਂ ਮਰਜ਼ੀ ਸੋਚ ਲਓ, ਜਿੰਨੀਆਂ ਮਰਜ਼ੀ ਵਿਚਾਰਾਂ ਕਰ ਲਓ, ਕਿਉਂਕਿ ਸਾਡਾ ਦਿਮਾਗ ਇਹ ਵਿਚਾਰਾਂ ਕਰਨ ਜੋਗਾ ਹੀ ਹੈ। ਵਿਚਾਰ ਕਰੀ ਚਲੋ ਜਿੰਨੀ ਮਰਜ਼ੀ ਕਰ ਲਓ, ਪਰਮਾਤਮਾ ਆਏ ਆ, ਉਹ ਫਿਰ ਵੀ ਉਹ ਅੱਖਰਾਂ ਦੇ ਵਿੱਚ ਉਹਨੇ ਆਉਣਾ ਹੀ ਨਹੀਂ। ਲੱਖਾਂ ਵਾਰੀ ਸੋਚ ਲਓ, ਸੋਚ ਕੇ ਉਹ ਬਾਣੀ ਦਾ ਅਧਿਐਨ ਕਰਦੇ ਮਤਲਬ ਬਾਣੀ ਚੇਤੇ ਜ਼ਰੂਰ ਕਰ ਲੈਣਗੇ, ਅਰਥ ਜ਼ਰੂਰ ਯਾਦ ਕਰ ਲੈਣਗੇ, ਪਰ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਉਹ ਸੋਚਣ ਦੇ ਵਿੱਚ ਨਹੀਂ ਆਉਂਦਾ। ਪਰਮਾਤਮਾ ਸੋਚਣ ਤੋਂ ਬਾਹਰ ਆ। ਪਰਮਾਤਮਾ ਸਾਡੇ ਦਿਮਾਗ ਦੀ ਪਹੁੰਚ ਤੋਂ ਬਾਹਰ ਹੈ। ਜਿੱਥੇ ਸਾਡਾ ਦਿਮਾਗ ਕੰਮ ਕਰਨੋਂ ਬੰਦ ਹੋ ਗਿਆ, ਪਰਮਾਤਮਾ ਉੱਥੋਂ ਸ਼ੁਰੂ ਹੁੰਦਾ। ਇਹ ਸਾਡੇ ਦਿਮਾਗ ਤੋਂ ਬਹੁਤ ਹੀ ਬਾਹਰ ਦੀ ਗੱਲ ਆ। ਇਹ ਅਸੀਂ ਇਸ ਦਿਮਾਗ ਦੇ ਨਾਲ, ਸੋਚਣ ਨਾਲ, ਵਿਚਾਰਾਂ ਕਰਨ ਦੇ ਨਾਲ ਪਰਮਾਤਮਾ ਨੂੰ ਨਹੀਂ ਪਾ ਸਕਦੇ। ਪਰਮਾਤਮਾ ਵਿਚਾਰਾਂ ਤੋਂ ਬਹੁਤ ਅੱਗੇ ਆ, ਦਿਮਾਗ ਤੋਂ ਬਹੁਤ ਅੱਗੇ ਆ। ਜਿੱਥੇ ਸਾਡਾ ਦਿਮਾਗ ਕੰਮ ਕਰਨ ਤੋਂ ਬੰਦ ਹੋ ਗਿਆ, ਉੱਥੇ ਪਰਮਾਤਮਾ ਸ਼ੁਰੂ ਹੁੰਦਾ। ਫਿਰ ਇਸ ਤੋਂ ਅੱਗੇ ਇਸ ਗੱਲ, ਚੁੱਪ ਨਾ ਹੋਵੇ ਜੇ ਲਾਏ ਰਹਾਂ ਦਿਵਤਾਰ। ਚੁੱਪ ਰਹਿ ਲਓ, ਮੌਨ ਵਰਤ ਰੱਖ ਲਓ, ਕੁਛ ਕਰ ਲਓ, ਜਿੰਨੀਆਂ ਮਰਜ਼ੀ ਚੁੱਪ ਕਰ ਲਓ, ਹੱਠ ਕਰ ਲਓ, ਆਪਣੇ ਆਪ ਨੂੰ ਧੱਕੇ ਨਾਲ ਚੁੱਪ ਕਰ ਲਓਗੇ, ਮੌਨ ਵਰਤ ਰੱਖ ਲਓਗੇ, ਕੁਛ ਕਰ ਲਓ, ਨਹੀਂ ਮਿਲਦਾ। ਜਿੰਨੀਆਂ ਮਰਜ਼ੀ ਚੁੱਪ ਕਰ ਲਓ,
ਕੋਸ਼ਿਸ਼ ਕਰ ਲਓ ਚੁੱਪ ਰਹਿਣ ਨਾਲ ਸਾਡੀ ਜਿਹੜੀ ਸਰੀਰ ਦੀ એનર્ਜੀ ਆ ਉਹ ਜ਼ਰੂਰ ਬਚ ਜਾਏਗੀ, ਪਰ ਸਾਡੀ ਜਿਹੜੀ ਦਿਮਾਗ ਦੀ ਮਨ ਦੀ ਸ਼ਾਂਤੀ ਆ ਇਹ ਚੁੱਪ ਰਹਿਣ ਨਾਲ ਨਹੀਂ, ਇਹ ਮਨ ਚੁੱਪ ਨਹੀਂ ਹੋਣਾ। ਚੁੱਪ ਰਹਿਣਾ ਸਾਡੀ ਜ਼ੁਬਾਨ ਜ਼ਰੂਰ ਬੰਦ ਹੋ ਜਾਏਗੀ, ਪਰ ਜਿਹੜਾ ਮਨ ਹੈ ਇਹ ਨਹੀਂ ਚੁੱਪ ਰਹਿਣਾ। ਫਿਰ ਗੁਰੂ ਸਾਹਿਬ ਜੀ ਪਰਮਾਤਮਾ ਅੱਗੇ ਕਿਰਪਾ ਕਰਦੇ ਨੇ ਵੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਭੁੱਖੇ ਰਹਿ ਲਓ ਜਿੰਨਾ ਮਰਜ਼ੀ, ਕੁਛ ਕਰ ਲਓ, ਲੱਖਾਂ ਪੂਰੀਆਂ ਦੇ ਭਾਰ ਲੱਦ ਲਓ, ਜਿੰਨੇ ਮਰਜ਼ੀ ਵਰਤ ਰੱਖ ਲਓ, ਭੁੱਖੇ ਰਹਿ ਲਓ, ਕੁਛ ਕਰ ਲਓ, ਪਰਮਾਤਮਾ ਨਹੀਂ ਮਿਲਣਾ। ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਹੱਠ ਦੇ ਨਾਲ ਨਹੀਂ ਆਉਂਦਾ। ਸੋ ਜੇ ਆਪਾਂ ਕਹਿ ਲਈਏ ਵੀ ਧੱਕੇ ਨਾਲ ਪਰਮਾਤਮਾ ਨੂੰ ਪਾ ਲਾਂਗੇ, ਨਹੀਂ, ਇਹ ਭੁੱਖੇ ਰਹਿਣ ਨਾਲ ਆਪਾਂ ਜੇ ਕਹਿ ਲਈਏ ਵੀ ਆਪਾਂ ਟੇਕੇ ਬਹਿ ਜਾਵਾਂਗੇ, ਕੀ ਸਾਡਾ ਭੁੱਖੇ ਰਹਿਣ ਨਾਲ ਸਾਡਾ ਮਨ ਟੇਕੇ ਬਹਿ ਜੂ? ਮਨ ਦਾ ਘੋੜਾ ਤਾਂ ਭਜਦੇ ਰਹਿਣਾ। ਭੁੱਖਿਆ ਰਹਿ ਕੇ ਅਸੀਂ ਪਰਮਾਤਮਾ ਨੂੰ ਨਹੀਂ ਪਾ ਸਕਦੇ। ਭੁੱਖੇ ਰਹਿਣਾ ਸਾਡਾ ਮਨ ਦਾ ਘੋੜਾ ਨਹੀਂ, ਇਹ ਰੱਜਣਾ ਨਹੀਂ। ਇਹਨੇ ਤਾਂ ਆਪਦੇ ਘੋੜੇ ਦਵੱਲੀ ਜਾਣੇ ਆ, ਕਦੇ ਕਿੱਧਰ ਭੱਜੇਗਾ, ਕਦੇ ਕਿੱਧਰ ਭੱਜੇਗਾ। ਸੋ ਆਪਾਂ ਜੇ ਹੱਠ ਕਰਾਂਗੇ, ਸੋ ਆਪਾਂ ਇੱਕ ਨੀਂਦ ਦੀ ਉਦਾਹਰਨ ਲੈਂਦੇ ਹਾਂ ਵੀ ਆਪਾਂ ਜਦੋਂ ਨੀਂਦ ਆਪਾਂ ਨੂੰ ਨਹੀਂ ਹੁੰਦੀ, ਆਪਾਂ ਕੋਸ਼ਿਸ਼ ਕਰਦੇ ਵੀ ਸੋਈਏ ਸੋਈਏ ਸੋਈਏ, ਤਾਂ ਜਿੰਨੀ ਆਪਾਂ ਕੋਸ਼ਿਸ਼ ਕਰਾਂਗੇ ਉਨੀ ਨੀਂਦ ਆਉਣੀ ਨਹੀਂ। ਜਦੋਂ ਆਪਣੀ ਕੋਸ਼ਿਸ਼ ਬੰਦ ਹੋ ਗਈ ਤਾਂ ਨੀਂਦ ਆਪਣੇ ਆਪ ਆ ਜਾਣੀ। ਇਹ ਉਹੀ ਚੀਜ਼ ਪਰਮਾਤਮਾ ਦੀ ਆ। ਜਿੰਨਾ ਆਪਾਂ ਧੱਕਾ ਕਰਾਂਗੇ ਪਰਮਾਤਮਾ ਨੂੰ ਪਾਉਣ ਦੀ ਖਾਤਰ ਆਪਣੇ ਸਰੀਰ ਦੇ ਨਾਲ, ਓਨਾ ਹੀ ਪਰਮਾਤਮਾ ਤੋਂ ਅਸੀਂ ਦੂਰ ਜਾ ਰਹੇ ਹਾਂ। ਧੱਕਾ ਛੱਡ ਦਿਓ, ਸਹਿਜ ਅਵਸਥਾ 'ਚ ਆ ਜਾਓ, ਪਰਮਾਤਮਾ ਪ੍ਰਗਟ ਆ। ਸੋ ਸਹਿਜ ਸਿਆਣਪਾ ਲੱਖ ਹੋਏ, ਇੱਕ ਨਾ ਚੱਲੇ ਨਾਲ। ਲੱਖਾਂ ਚਤਰਾਈਆਂ ਕਰ ਲਓ, ਸਿਆਣਪਾਂ ਕਰ ਲਓ, ਲੋਕਾਂ ਨੂੰ ਕਹਿ ਲਓ ਮੈਂ ਤਾਂ ਸਿਆਣਾ ਹੀ ਬਹੁਤ ਆ, ਬੜਾ ਮੈਂ ਸਿਆਣਪ ਵਰਤੀ ਆ, ਬੜੀ ਮੈਂ ਦੂਰ ਅੰਦੇਸ਼ੀ ਵਰਤ ਲਈ ਆ। ਸੋ ਉਹਨਾਂ ਨੂੰ ਦੂਰ ਅੰਦੇਸ਼ੀ ਵਰਤਣੀ ਚਾਹੀਦੀ ਸੀ, ਉਹਨਾਂ ਨੂੰ ਐਸਾ ਕਰਨਾ ਚਾਹੀਦਾ ਸੀ, ਜਾਂ ਸਫਲ ਹੋਣਾ ਵਾ ਤੇ ਅਸੀਂ ਹੁਣ ਆਪਾਂ ਗਾਂਹ ਐਂ ਕਰਾਂਗੇ। ਉਹ ਗਾਂਹ ਕੱਲ੍ਹ ਨੂੰ ਕੀ ਪਤਾ ਆਪਾਂ ਹੋਣਾ ਕਿ ਨਹੀਂ ਹੋਣਾ। ਆਪਣੇ ਤਾਂ ਇੱਕ ਮਿੰਟ ਦਾ ਨਹੀਂ ਪਤਾ ਵੀ ਸਾਹ ਅਗਲਾ ਆਉਣਾ ਕਿ ਨਹੀਂ ਆਉਣਾ। ਸੋ ਜਿੰਨੀਆਂ ਮਰਜ਼ੀ ਸ਼ੈਤਾਨੀਆਂ ਕਰ ਲਓ, ਚਤਰਾਈਆਂ ਕਰ ਲਓ, ਪਰਮਾਤਮਾ ਨਹੀਂ ਮਿਲਦਾ। ਪਰਮਾਤਮਾ ਕਿਹਨਾਂ ਨੂੰ ਮਿਲਦਾ? ਭੋਲੇ ਬੰਦਿਆਂ ਨੂੰ। ਭੋਲੇ ਬੰਦਿਆਂ ਦੇ ਤਾਂ ਪਰਮਾਤਮਾ ਨੱਕੇ ਵੀ ਮੋੜਦਾ, ਪਰਮਾਤਮਾ ਉਹਨਾਂ ਦੀ ਖੇਤੀ ਵੀ ਕਰਦਾ, ਬਲਦ ਵੀ ਹੱਕਦਾ। ਪਰਮਾਤਮਾ ਭੋਲੇ ਬੰਦਿਆਂ ਦੇ ਵਸ 'ਚ ਆਉਂਦਾ ਮਿੰਟੋ ਮਿੰਟ। ਭੋਲਾ ਬੰਦਾ ਤਾਂ ਇੱਕ ਵਾਰੀ ਆਵਾਜ਼ ਮਾਰੇ ਪਰਮਾਤਮਾ ਨੂੰ ਆਉਣਾ ਪੈਂਦਾ, ਕਿਉਂਕਿ ਉਸਦੇ ਮਨ ਦੇ ਵਿੱਚ ਕੋਈ ਪਾਪ ਨਹੀਂ। ਉਹ ਭੋਲਾ, ਉਹ ਚਤਰ ਨਹੀਂ ਹੈਗਾ। ਇਹ ਸਾਡੇ ਪ੍ਰਚਾਰਕ ਸਾਨੂੰ ਚਲਾਕ ਬਣਾ ਰਹੇ ਨੇ, ਸਾਨੂੰ ਚਤਰ ਬਣਾ ਰਹੇ ਨੇ, ਪਰ ਰੱਬ ਦੇ ਘਰ 'ਚ ਚਤਰਾਈ ਨਹੀਂ ਚੱਲਦੀ। ਉੱਥੇ ਭੋਲਾ ਬਣਨਾ ਪੈਂਦਾ। ਜਦੋਂ ਸੱਪ ਖੁੱਡ 'ਚ ਵੜਦਾ ਨਾ, ਉਹਨੂੰ ਸਿੱਧਾ ਹੋਣਾ ਪੈਂਦਾ। ਜੇ ਆਪਾਂ ਪਰਮਾਤਮਾ ਨੂੰ ਮਿਲਣਾ, ਸਾਨੂੰ ਸਿੱਧੇ ਹੋਣਾ ਪੈਣਾ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾਓ, ਸਿੱਧੇ ਹੋ ਜਾਓ, ਛੱਡ ਦਿਓ ਸਾਰਾ ਕੁਛ, ਕੱਢਿਓ ਛੱਡਿਓ, ਬਾਹਰ ਹੀ ਬਣ ਕੇ ਨਾ ਜਾਓ ਕੁਛ। ਸਭ ਆਪਦਾ ਆਪਣਾ ਆਪ ਲੈ ਕੇ ਗੁਰੂ ਸਾਹਿਬ ਦੇ ਅੱਗੇ ਭੇਟ ਕਰ ਦਿਓ, ਤੇ ਗੁਰੂ ਸਾਹਿਬ ਸਾਨੂੰ ਬਖਸ਼ ਲੈਣਗੇ। ਸੋ ਸਿਆਣਪਾਂ ਨਾਲ ਨਹੀਂ ਮਿਲਣਾ। ਕਿਵ ਸਚਾਰਾ ਹੋਈਏ ਕਬ ਕੂੜੇ ਟੁੱਟੇ ਪਾਲ। ਫਿਰ ਗੁਰੂ ਸਾਹਿਬ ਜੀ ਪ੍ਰਸ਼ਨ ਕਰਦੇ ਨੇ ਵੀ ਇੰਨੇ ਗੁਣਾਂ ਵਾਲਾ ਪਰਮਾਤਮਾ ਸੋਚਾਂ ਨਾਲ ਨਹੀਂ ਮਿਲਣਾ, ਚੁੱਪ ਰਹਿਣ ਨਾਲ ਨਹੀਂ ਮਿਲਣਾ, ਭੁੱਖਿਆ ਰਹਿਣ ਨਾਲ ਨਹੀਂ ਮਿਲਣਾ, ਸਿਆਣਪਾਂ ਨਾਲ ਨਹੀਂ ਮਿਲਣਾ। ਸੋ ਮਿਲਣਾ ਕਿਵੇਂ ਆ ਫਿਰ? ਚਲੋ ਇੱਕ ਤਾਂ ਤੁਸੀਂ ਸਮਝਾਤਾ ਵੀ ਗੁਰਪ੍ਰਸਾਦ ਆ, ਵੀ ਗੁਰੂ ਪ੍ਰਸਾਦ, ਗੁਰੂ ਦੀ ਕਿਰਪਾ ਤਾਂ ਅਸੀਂ ਮੰਨ ਲਿਆ ਵੀ ਗੁਰੂ ਦੀ ਕਿਰਪਾ ਨਾਲ ਸਾਡਾ ਹੰਕਾਰ ਦੂਰ ਹੋ ਗਿਆ, ਪਰ ਮਿਲਣਾ ਕਿਵੇਂ ਆ? ਫਿਰ ਗੁਰੂ ਸਾਹਿਬ ਜੀ ਸਮਤ ਦਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ। ਉਹਦੀ ਹੁਕਮ 'ਚ, ਉਹਦੇ ਰਜਾ 'ਚ ਰਹੋ। ਹੁਕਮ ਕੀ ਹੈ? ਪਰਮਾਤਮਾ ਦਾ ਸੌਖਾ, ਸਾਰਿਆਂ ਨਾਲੋਂ ਸੌਖਾ ਸਿੱਧਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਦਾ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਇਸ ਤੋਂ ਸੌਖਾ ਉਪਦੇਸ਼ ਹੋਰ ਦੱਸ ਦਿਓ ਕਿਹੜਾ? ਉਹਦਾ ਹੁਕਮ ਆਪਦਾ ਨਾਮ ਜਪੋ ਤੇ ਆਪਦੀ ਦਸਾਂ ਨਾਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ। ਤੇ ਰਜਾ ਕੀ ਆ? ਉਸਦਾ ਭਾਣਾ ਕੀ ਆ? ਜੇ ਕੋਈ ਨੁਕਸਾਨ ਹੋ ਗਿਆ ਤਾਂ ਕੋਈ ਨਹੀਂ, ਮੇਰੇ ਕਰਮ ਸੀ। ਨਾਮ ਜਪੋ, ਸਥਿਰ ਰਹੋ। ਚੰਗਾ ਹੋ ਗਿਆ ਤਾਂ ਪਰਮਾਤਮਾ ਤੇਰੀ ਕਿਰਪਾ। ਸੋ ਦੁੱਖ ਦੇ ਵਿੱਚ ਵੀ ਦੁੱਖ ਨੂੰ ਵੀ ਪ੍ਰਸ਼ਾਦ ਸਮਝ ਕੇ ਲਓ,
ਸੁੱਖ ਨੂੰ ਤਾਂ ਪ੍ਰਸ਼ਾਦ ਸਮਝ ਕੇ ਆਪਾਂ ਲੈਂਦੇ ਹੀ ਲੈਂਦੇ ਆ, ਪਰ ਕਈ ਉਹ ਵੀ ਨਹੀਂ ਲੈਂਦੇ, ਕਹਿਣਗੇ ਮੈਂ ਹੀ ਕੀਤਾ, ਰੱਬ ਨੇ ਕੀ ਕਰਤਾ, ਮੈਂ ਤਾਂ ਮਿਹਨਤ ਕਰਦਾ, ਪਸੀਨਾ ਵੜਾ ਮਰ ਗਿਆ। ਉਹ ਪ੍ਰਮਾਤਮਾ ਦਾ ਜੇ ਹੁਕਮ ਨਾ ਹੁੰਦਾ ਤਾਂ ਤੂੰ ਕੀ ਆਪਣੇ ਮੰਜੇ ਤੋਂ ਉੱਠ ਸਕਦਾ? ਲੱਤਾਂ ਤਾਂ ਨਹੀਂ ਖੜ ਜਾਣਗੀਆਂ। ਸਾਡਾ ਪਰਮਾਤਮਾ ਸਾਡੇ ਦਿਮਾਗ ਨੂੰ ਕੰਟਰੋਲ ਕਰ ਰਿਹਾ, ਸਾਡਾ ਦਿਮਾਗ ਅੱਗੇ ਸਾਰੇ ਅੰਗਾਂ ਨੂੰ ਕੰਟਰੋਲ ਕਰ ਰਿਹਾ। ਸਾਡਾ ਪਰਮਾਤਮਾ ਕੰਟਰੋਲ ਕਰਨ ਨੂੰ ਹਟ ਜੇ ਦਿਮਾਗ ਨੂੰ, ਦਿਮਾਗ ਪਾਗਲ ਹੋ ਜੂ। ਤੁਸੀਂ ਮੰਜੇ ਤੋਂ ਉੱਠ ਨਹੀਂ ਸਕਦੇ, ਤੁਸੀਂ ਦੇਖ ਨਹੀਂ ਸਕਦੇ, ਤੁਸੀਂ ਕੁਝ ਖਾ ਨਹੀਂ ਸਕਦੇ, ਬੋਲ ਨਹੀਂ ਸਕਦੇ, ਕੁਝ ਨਹੀਂ ਕਰ ਸਕਦੇ ਤੁਸੀਂ, ਤਾਂ ਤੁਸੀਂ ਮਿਹਨਤ ਕਿੱਥੋਂ ਕਰ ਲਓਗੇ? ਸੋ ਸਾਰਾ ਕੁਝ ਪਰਮਾਤਮਾ ਦੀ ਹੁਕਮ ਤੇ ਰਜ਼ਾ 'ਚ ਰਹੋ। ਜੋ ਕੁਝ ਪਰਮਾਤਮਾ ਕਰਦਾ ਉਹ ਤੇਰਾ ਹੁਕਮ ਆ ਭਾਈ, ਤੇਰਾ ਭਾਣਾ ਮਿੱਠਾ ਲੱਗੇ। ਸੋ ਉਸਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ। ਸੋ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਬਣੋ, ਉਹਨਾਂ ਦੇ ਹੁਕਮ 'ਚ ਵੀ ਰਹੋ, ਕਿਉਂਕਿ ਗੁਰੂ ਨਾਨਕ ਸਾਹਿਬ ਇਹ ਨਹੀਂ ਕਹਿੰਦੇ ਵੀ ਇਕੱਲਾ ਮੇਰਾ ਹੁਕਮ ਹੀ ਮੰਨੋ, ਆਪਣੇ ਮਾਂ ਪਿਓ ਦੇ ਮੂਹਰੇ ਬੋਲੋ। ਨਹੀਂ, ਮਾਂ ਪਿਓ ਦਾ ਵੀ ਹੁਕਮ ਮੰਨੋ, ਠੀਕ ਆ। ਮਾੜੇ ਮੋਟੇ ਗੁੱਸੇ ਗਿਲੇ ਪਿਓ ਨਾਲ ਖਾਸ ਕਰਕੇ ਬਾਹਲੇ ਹੁੰਦੇ ਆ, ਕਈ ਵਾਰੀ ਮੇਰੇ ਵੀ ਹੋ ਜਾਂਦੇ ਆ। ਸੋ ਇੱਕ ਪਿਆਰ ਹੁੰਦਾ ਹੈ। ਸੋ 5-10 ਮਿੰਟ ਆਪਾਂ ਮਾੜੀ ਮੋਟੀ ਪਿਓ ਪੁੱਤ ਲੜਾਈ ਕਰ ਲੈਂਦੇ ਆ, ਫਿਰ ਉਹ ਜਿਹਦੇ ਉਹੀ, ਕਿਉਂਕਿ ਨੌਹਾਂ ਨਾਲ ਮਾਸ ਟੁੱਟਦੇ ਨਹੀਂ ਹੁੰਦੇ। ਮਾਤਾ ਪਿਤਾ ਦੇ ਆਗਿਆਕਾਰ ਬਣੋ, ਗੁਰੂ ਦੇ ਵੀ ਆਗਿਆਕਾਰ ਬਣੋ। ਸੋ ਤੁਹਾਨੂੰ ਕੀ ਮਿਲੂਗਾ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਰਸਨਾ ਕਰੋ ਪਵਿੱਤਰ ਆਖੋ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।